हेलो फ्रेंड्स, वेलकम टू योर यूट्यूब चैनल इंग्लिश फैमिली 87। सो अपनी इस वीडियो ਦੇ ਵਿੱਚ ਆਪਾਂ ਗੱਲ ਕਰਾਂਗੇ कैम्ब्रिज इंग्लिश ग्रामर इन यूज बाय रेमंड मर्फी 4th एडिशन। सो अपनी इस वीडियो ਦੇ ਵਿੱਚ देखो ਆਪਾਂ ਜਿਹੜੀ ਆਪਣੀ यूनिट है वो करांगे 47। ਇਸ ਦੇ ਵਿੱਚ ਆਪਾਂ ਕੀ ਕਰਨਾ है रिपोर्टेड स्पीच। देखो सब तो पहला ਤਾਂ ਤੁਹਾਨੂੰ ਇੱਕ ਗੱਲ ਹੈ ਜਿਹੜੀ ਉਸ ਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ। ਜਿਹੜੀ ਰਿਪੋਰਟਡ ਸਪੀਚ ਹੈ ਜਿਸ ਨੂੰ ਡਾਇਰੈਕਟ ਇਨਡਾਇਰੈਕਟ ਸਪੀਚ ਵੀ ਬੋਲ ਦਿੰਦੇ ਨੇ ਜਾਂ ਫਿਰ ਨਰੇਸ਼ਨਸ ਨੇ ਜਿਹੜੇ ਉਹ ਵੀ ਬੋਲ ਦਿੰਦੇ ਨੇ। ਇਹ ਯੂਨਿਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿੰਦਾ। ਰਿਪੋਰਟਡ ਸਪੀਚ ਹੈ ਜਿਹੜੀ ਮਤਲਬ ਕਿ ਆਪਾਂ ਯੂਨਿਟ ਇਹ ਕਰਾਂਗੇ ਇਸ ਦੇ ਵਿੱਚ ਰਿਪੋਰਟਡ ਸਪੀਚ ਹੈ ਜਿਹੜੀ ਯੂਜ਼ ਹੋਏਗੀ, ਬਟ ਤੁਹਾਨੂੰ ਪ੍ਰੋਪਰ ਉਨੀ ਦੇਰ ਸਮਝ ਨਹੀਂ ਆਏਗੀ ਜਿੰਨੀ ਦੇਰ ਤੁਸੀਂ ਪ੍ਰੋਪਰ ਨਰੇਸ਼ਨਸ ਬਾਰੇ ਤੁਹਾਨੂੰ ਜਾਣਕਾਰੀ ਹੈ ਜਿਹੜੀ ਉਹ ਪ੍ਰੋਪਰ ਨਹੀਂ ਹੋਏਗੀ। ਸੋ ਉਸ ਦੇ ਲਈ ਤੁਸੀਂ ਆਪਣੀ ਪਲੇਲਿਸਟ ਦੇ ਵਿੱਚ ਜਾ ਕੇ ਉੱਥੇ ਨਰੇਸ਼ਨਸ ਵਾਲੀ ਜਿਹੜੀ ਇੱਕ ਪਲੇਲਿਸਟ ਹੈ ਉਹ ਤਿਆਰ ਹੈ। ਉਸ ਦੇ ਵਿੱਚ 10 ਜਿਹੜੀਆਂ ਵੀਡੀਓਜ਼ ਨੇ 10-12 ਵੀਡੀਓਜ਼ ਨੇ ਉਹ ਤੁਸੀਂ ਉੱਥੋਂ ਜਾ ਕੇ ਦੇਖੋ ਤਾਂ ਤੁਹਾਨੂੰ ਡਾਇਰੈਕਟ ਅਤੇ ਇਨਡਾਇਰੈਕਟ ਸਪੀਚ ਹੈ ਜਿਹੜੀ ਉਸ ਦੇ ਬਾਰੇ ਪ੍ਰੋਪਰ ਜਾਣਕਾਰੀ ਮਿਲੇਗੀ। ਕਿਉਂਕਿ ਜੇਕਰ ਤੁਹਾਨੂੰ ਪ੍ਰੋਪਰ ਨਹੀਂ ਪਤਾ ਹੋਏਗਾ ਡਾਇਰੈਕਟ ਇਨਡਾਇਰੈਕਟ ਸਪੀਚ ਕੀ ਹੁੰਦੀ ਹੈ ਤਾਂ ਤੁਸੀਂ ਜਿਹੜੀ ਇਹ ਵਾਲੀ ਆਪਣੀ ਯੂਨਿਟ ਹੈ ਇਸ ਨੂੰ ਕਰਤਾ ਜ਼ਰੂਰ ਲਓਗੇ, ਪਰ ਜਿਹੜੇ ਰੂਲਸ ਨੇ ਉਹ ਤੁਹਾਨੂੰ ਪ੍ਰੋਪਰ ਸਮਝ ਨਹੀਂ ਆਉਣੇ। ਜੇਕਰ ਤੁਸੀਂ ਸਾਰੀਆਂ ਵੀਡੀਓਜ਼ ਨਹੀਂ ਦੇਖਣੀਆਂ 10-12 ਵੀਡੀਓਜ਼ ਨਹੀਂ ਦੇਖ ਸਕਦੇ ਤਾਂ ਐਟਲੀਸਟ ਘੱਟੋ ਘੱਟ ਪਹਿਲੀਆਂ 5 ਜਿਹੜੇ ਸਟੈਪ ਨੇ ਪਹਿਲੀਆਂ 5 ਵੀਡੀਓਜ਼ ਨੇ ਆਪਣੀ ਪਲੇਲਿਸਟ ਦੇ ਵਿੱਚ ਸਟੈਪ ਵਾਈਜ਼ ਤੁਹਾਨੂੰ ਦਿੱਤੀਆਂ ਗਈਆਂ ਨੇ। ਪਹਿਲੇ 5 ਸਟੈਪ ਜ਼ਰੂਰ ਦੇਖੋ। ਉਸ ਦੇ ਨਾਲ ਜਿਹੜੇ ਡਾਇਰੈਕਟ ਇਨਡਾਇਰੈਕਟ ਜਿਹੜੀ ਆਪਣੀ ਸਪੀਚ ਹੁੰਦੀ ਹੈ ਉਸ ਦੇ ਰੂਲਸ ਨੇ ਜਿਹੜੇ ਉਹ ਤੁਹਾਨੂੰ ਐਗਜ਼ੈਕਟ ਸਮਝ ਆ ਜਾਣਗੇ ਕਿ ਕਿਸ ਤਰ੍ਹਾਂ ਆਪਾਂ ਡਾਇਰੈਕਟ ਤੋਂ ਇਨਡਾਇਰੈਕਟ ਸਪੀਚ ਹੈ ਜਿਹੜੀ ਉਹ ਬਣਾਉਣੀ ਆ। ਕਿਉਂਕਿ ਇੱਕ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰ ਨਹੀਂ ਸਮਝਾ ਸਕਦਾ, ਬਟ ਫਿਰ ਵੀ ਇੱਕ ਓਵਰਵਿਊ ਦੇਣ ਦੀ ਮੈਂ ਤੁਹਾਨੂੰ ਕੋਸ਼ਿਸ਼ ਕਰਦਾ ਕਿ ਡਾਇਰੈਕਟ ਇਨਡਾਇਰੈਕਟ ਸਪੀਚ ਕੀ ਹੁੰਦੀ ਹੈ, ਰਿਪੋਰਟਿੰਗ ਜਾਂ ਫਿਰ ਰਿਪੋਰਟਡ ਸਪੀਚ ਕੀ ਹੁੰਦੀ ਹੈ। ਦੇਖੋ ਡਾਇਰੈਕਟ ਸਪੀਚ ਉਹ ਹੁੰਦੀ ਹੈ ਜਦੋਂ ਆਪਾਂ ਕਿਸੇ ਦੂਸਰੇ ਇਨਸਾਨ ਦੇ ਕਹੇ ਗਏ ਸ਼ਬਦ ਮਤਲਬ ਦੂਸਰੇ ਇਨਸਾਨ ਦਾ ਕਿਹਾ ਗਿਆ ਕੋਈ ਸੈਂਟੈਂਸ ਆਪਾਂ ਜਦੋਂ ਅਗਲੇ ਬੰਦੇ ਨੂੰ ਤੀਸਰੇ ਨੂੰ ਦੱਸਦੇ ਹਾਂ ਤਾਂ ਐਜ਼ ਇਟ ਉਸੇ ਤਰ੍ਹਾਂ ਦੱਸਦੇ ਹਾਂ ਜਿਸ ਤਰ੍ਹਾਂ ਉਸਨੇ ਬੋਲਿਆ ਸੀ। ਔਰ ਇਨਡਾਇਰੈਕਟ ਸਪੀਚ ਉਹ ਹੁੰਦੀ ਹੈ ਜਦੋਂ ਆਪਾਂ ਕਿਸੇ ਦੇ ਕਹੇ ਗਏ ਸੈਂਟੈਂਸ ਨੂੰ ਆਪਾਂ ਆਪਣੇ ਤਰੀਕੇ ਦੇ ਨਾਲ ਦੱਸਦੇ ਹਾਂ। ਦੇਖੋ ਮੰਨ ਲਓ ਅੱਜ ਸੋਮਵਾਰ, ਅੱਜ ਮੰਡੇ ਹੈ, ਕੱਲ ਐਤਵਾਰ ਸੀ। ਐਤਵਾਰ ਨੂੰ ਆਪਾਂ ਆਪਣੇ ਕਿਸੇ ਦੋਸਤ ਨੂੰ ਮਿਲੇ ਸੀ। ਉਸਨੇ ਹੁਣ ਇਹ ਬੀਤੇ ਸਮੇਂ ਦੀ ਗੱਲ ਹੋ ਰਹੀ ਹੈ, ਕੱਲ ਦੀ ਐਤਵਾਰ ਦੀ। ਉਸਨੇ ਆਪਾਂ ਨੂੰ ਕੱਲ ਕਿਹਾ ਸੀ, ਆਪਣੇ ਦੋਸਤ ਨੇ ਕੱਲ ਕਿਹਾ ਸੀ ਮੈਂ ਟ੍ਰਿਪ ਤੇ ਜਾਵਾਂਗਾ, ਜਾਂ ਫਿਰ ਮੰਨ ਲਓ ਮੈਂ ਟ੍ਰਿਪ ਤੇ ਜਾਵਾਂਗਾ ਨਹੀਂ, ਤੁਸੀਂ ਇਹ ਲਾਓ ਸੈਂਟੈਂਸ ਮੈਂ ਟ੍ਰਿਪ ਤੇ ਜਾ ਰਿਹਾ ਹਾਂ, ਮਤਲਬ ਕਿ ਪ੍ਰੈਜ਼ੈਂਟ ਕੰਟੀਨਿਊਸ। ਇਹ ਜਿਹੜੇ ਉਸਨੇ ਸ਼ਬਦ ਨੇ ਆਪਾਂ ਨੂੰ ਕੱਲ ਕਹੇ ਸੀ, ਆਪਾਂ ਕੱਲ ਉਸ ਕੋਲ ਗਏ, ਆਪਾਂ ਨੇ ਉਸ ਨੂੰ ਕਿਹਾ ਹਾਂ ਬਈ ਕੀ ਕਰ ਰਹੇ ਹੈ, ਤਾਂ ਉਸਨੇ ਆਪਾਂ ਨੂੰ ਕਿਹਾ ਮੈਂ ਟ੍ਰਿਪ ਤੇ ਜਾ ਰਿਹਾ ਹਾਂ। ਉਸਨੇ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਬੋਲਿਆ ਮੈਂ ਟ੍ਰਿਪ ਤੇ ਜਾ ਰਿਹਾ ਹਾਂ। ਹੁਣ ਅੱਜ ਇੱਕ ਦਿਨ ਬਾਅਦ ਆਪਾਂ ਆਪਣੇ ਕਿਸੇ ਦੂਸਰੇ ਦੋਸਤ ਨੂੰ ਉਸ ਦੀ ਗੱਲ ਦੱਸ ਰਹੇ ਹਾਂ ਕਿ ਉਸਨੇ ਰਾਹੁਲ ਨੇ ਮੈਨੂੰ ਕਿਹਾ, ਕੱਲ ਰਾਹੁਲ ਨੇ ਮੈਨੂੰ ਕਿਹਾ ਕਿ ਮੈਂ ਟ੍ਰਿਪ ਤੇ ਜਾ ਰਿਹਾ ਹਾਂ। ਦੇਖੋ ਕਿਹਾ ਤਾਂ ਆਪਾਂ ਨੂੰ ਕੱਲ ਸੀ, ਬਟ ਆਪਾਂ ਅੱਜ ਵੀ ਸੈਂਟੈਂਸ ਸੇਮ ਉਹੀ ਪ੍ਰੈਜ਼ੈਂਟ ਕੰਟੀਨਿਊਸ ਬੋਲਿਆ ਜਿਹੜਾ ਉਸਨੇ ਬੋਲਿਆ ਸੀ ਮੈਂ ਟ੍ਰਿਪ ਤੇ ਜਾ ਰਿਹਾ ਹਾਂ। ਮਤਲਬ ਜਿਹੜਾ ਸੈਂਟੈਂਸ ਉਸਨੇ ਬੋਲਿਆ ਆਪਾਂ ਕੋਈ ਚੇਂਜ ਨਹੀਂ ਕੀਤਾ, ਐਜ਼ ਇਟ ਉਹੀ ਸੈਂਟੈਂਸ ਆਪਾਂ ਅੱਗੇ ਆਪਣੇ ਦੋਸਤ ਨੂੰ ਦੱਸਿਆ, ਤਾਂ ਇਸ ਨੂੰ ਬੋਲਦੇ ਨੇ ਡਾਇਰੈਕਟ ਸਪੀਚ। ਇਨਡਾਇਰੈਕਟ ਸਪੀਚ ਉਹ ਹੁੰਦੀ ਹੈ ਜਦੋਂ ਆਪਾਂ ਉਸ ਸੈਂਟੈਂਸ ਨੂੰ ਆਪਣੇ ਹਿਸਾਬ ਨਾਲ ਬੋਲੀਏ। ਜਿਸ ਤਰ੍ਹਾਂ ਕਿ ਆਪਾਂ ਕਹੀਏ ਉਸਨੇ ਮੈਨੂੰ ਕਿਹਾ ਕਿ ਉਹ ਤਾਂ ਟ੍ਰਿਪ ਤੇ ਜਾ ਰਿਹਾ ਹੈ, ਉਸਨੇ ਮੈਨੂੰ ਕਿਹਾ ਉਹ ਟ੍ਰਿਪ ਤੇ ਜਾ ਰਿਹਾ ਹੈ, ਮਤਲਬ ਕਿ ਹੁਣ ਆਪਾਂ ਆਪਣੇ ਹਿਸਾਬ ਨਾਲ ਬੋਲਿਆ। ਉਸਨੇ ਤਾਂ ਕਿਹਾ ਸੀ ਮੈਂ ਟ੍ਰਿਪ ਤੇ ਜਾ ਰਿਹਾ ਹਾਂ, ਤਾਂ ਆਪਾਂ ਕਿਹਾ ਉਹ ਤਾਂ ਟ੍ਰਿਪ ਤੇ ਜਾ ਰਿਹਾ ਯਾਰ, ਹੈ ਨਾ, ਤਾਂ ਆਪਣੇ ਹਿਸਾਬ ਨਾਲ ਬੋਲਿਆ। ਇਸ ਨੂੰ ਬੋਲਦੇ ਨੇ ਇਨਡਾਇਰੈਕਟ ਸਪੀਚ। ਹੁਣ ਦੇਖੋ ਅੱਗੇ ਇਸ ਦੇ ਰੂਲਸ ਨੇ ਜਿਹੜੇ, ਇਸ ਦੇ ਵਿੱਚ ਤੁਹਾਨੂੰ ਪ੍ਰੋਪਰ ਰੂਲਸ ਨੇ ਜਿਹੜੇ ਨਹੀਂ ਸਮਝ ਆਉਣੇ। ਜੇਕਰ ਪ੍ਰੋਪਰ ਤੁਸੀਂ ਨੇ ਸਮਝਣਾ, ਮੈਂ ਦੁਬਾਰਾ ਫੇਰ ਕਹਿ ਰਿਹਾ ਪਹਿਲੀਆਂ 5 ਵੀਡੀਓਜ਼ ਜ਼ਰੂਰ ਦੇਖੋ, ਫਿਰ ਹੀ ਤੁਸੀਂ ਇਹ ਜਿਹੜੀ ਐਕਸਰਸਾਈਜ਼ ਹੈ ਉਸ ਨੂੰ ਕਰ ਪਾਵੋਗੇ, ਅਦਰਵਾਈਜ਼ ਤੁਹਾਡੇ ਓਨੀ ਸਮਝ ਨਹੀਂ ਆਵੇਗੀ। ਦੇਖੋ ਫਿਰ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਕੀ ਹੁੰਦਾ, ਕਹਿੰਦੇ ਯੂ ਵਾਂਟ ਟੂ ਟੈਲ ਸਮਬਡੀ ਵਟ ਪੌਲ ਸੈਡ। ਤੁਸੀਂ ਮਤਲਬ ਕਿਸੇ ਨੂੰ ਸਮਬਡੀ ਕਿਸੇ ਨੂੰ ਦੱਸਣਾ ਚਾਹੁੰਦੇ ਹੋ ਕਿ ਪੌਲ ਨੇ ਕੀ ਕਿਹਾ, ਸੈਡ ਕੀ ਕਿਹਾ, ਮਤਲਬ ਕਿ ਬੀਤੇ ਸਮੇਂ ਦੀ ਗੱਲ ਉਸ ਦੀ, ਪੌਲ ਦੀ। देयर आर 2 वेज ऑफ डूइंग दिस। दो तरीके ने इस गल नूं दस्सण दे, जिस तरह कि पहला मैं तुहानूं दस के हटिया डायरैक्ट ते इनडायरैक्ट। देखो एक तो इस तरह बोल सकते आपां, यू कैन रिपीट पॉल्स वर्ड्स, मतलब तुसी पॉल दे शब्द एज इट उस तरह बोल सकते हो, रिपीट कर सकते हो। डायरैक्ट स्पीच इसनूं बोलते हैं, है ना, डायरैक्ट स्पीच। देखो पॉल सैड उसनूं आपां कोमिया च रखते हुंदे डायरैक्ट स्पीच, है ना। पॉल सैड, पॉल ने कहा की कहा, आई एम फीलिंग इल, कि मैं बीमार फील कर रहा हाँ। देखो
ਪੌਲ ਸੈਡ ਕਿਹਾ ਤਾਂ ਆਪਾਂ ਨੂੰ ਪੌਲ ਨੇ ਕੱਲ ਸੀ ਬੀਤੇ ਸਮੇਂ ਦੇ ਵਿੱਚ, ਬਟ ਆਪਾਂ ਪ੍ਰੈਜੈਂਟ ਦੇ ਵਿੱਚ ਹੀ ਸੈਂਟੈਂਸ ਪੇਸ਼ ਕੀਤਾ ਕਿਉਂਕਿ ਜਿੱਦਾਂ ਪੌਲ ਨੇ ਕਿਹਾ ਸੀ ਉਹੀ ਐਜ਼ ਇਟ ਸੈਂਟੈਂਸ ਆਪਾਂ ਅੱਗੇ ਦੱਸਿਆ। ਆਈ ਐਮ ਫੀਲਿੰਗ ਇਲ ਤਾਂ ਉਸ ਨੂੰ ਕੋਮਿਆਂ ਦੇ ਵਿੱਚ ਰੱਖਣਾ ਪੈਂਦਾ। ਔਰ ਇਨਡਾਇਰੈਕਟ ਵੇ ਦੇ ਵਿੱਚ ਆਪਾਂ ਕੀ ਕਰਦੇ ਹਾਂ, ਕੋਮਿਆਂ ਦੇ ਵਿੱਚੋਂ ਤੋੜ ਦਿੰਦੇ ਔਰ ਦੈਟ ਲਗਾ ਦਿੰਦੇ ਹਾਂ। ਇਹ ਚੀਜ਼ ਤਾਂ ਥੋੜੀ ਬਹੁਤੀ ਯਾਦ ਹੋਊਗੀ, ਸਕੂਲ ਦੇ ਵਿੱਚ ਕੀਤਾ ਹੋਏਗਾ। ਯੂ ਕੈਨ ਯੂਜ਼ ਰਿਪੋਰਟਡ ਸਪੀਚ, ਤੁਸੀਂ ਰਿਪੋਰਟਡ ਸਪੀਚ ਜਿਹੜਾ ਯੂਜ਼ ਕਰ ਸਕਦੇ ਹੋ। ਇਸ ਦੇ ਵਿੱਚ ਦੇਖੋ ਪੌਲ ਸੈਡ ਦੈਟ, ਪੌਲ ਨੇ ਕਿਹਾ, ਪੌਲ ਸੈਡ ਦੈਟ ਹੀ ਵਾਜ਼ ਫੀਲਿੰਗ ਇਲ। ਇੱਕ ਤਾਂ ਦੇਖੋ ਆਈ ਹੈ, ਆਈ ਦਾ ਇੱਥੇ ਹੀ ਹੋ ਗਿਆ। ਦੂਸਰਾ ਜੇ ਧਿਆਨ ਦਿੱਤਾ ਹੋਵੇ ਇੱਥੇ ਪ੍ਰੈਜੈਂਟ ਕੰਟੀਨਿਊਸ ਸੀ, ਇੱਥੇ ਪਾਸਟ ਕੰਟੀਨਿਊਸ ਹੋ ਗਿਆ। ਹੁਣ ਇਹ ਕਿਉਂ ਹੁੰਦਾ? ਇੱਕ ਗੱਲ ਯਾਦ ਰੱਖੋ, ਜਦੋਂ ਡਾਇਰੈਕਟ ਸਪੀਚ ਤੋਂ ਇਨਡਾਇਰੈਕਟ ਆਪਾਂ ਕਰਦੇ ਹਾਂ ਤਾਂ ਜਿਹੜੇ ਟੈਂਸ ਨੇ ਉਹ ਟੈਂਸ ਵੀ ਚੇਂਜ ਹੋ ਜਾਂਦੇ ਨੇ। ਮੈਂ ਤੁਹਾਨੂੰ ਜਲਦੀ ਦੱਸਣ ਦੀ ਕੋਸ਼ਿਸ਼ ਕਰਦਾ, ਵੈਸੇ ਤੁਸੀਂ ਲਿਖ ਲਿਓ ਕਾਪੀ ਤੇ ਵੀਡੀਓਜ਼ ਦੇਖ ਕੇ ਜਿਹੜੀਆਂ ਆਪਣੀਆਂ ਨਰੇਸ਼ਨ ਵਾਲੀਆਂ ਨੇ। ਜੇਕਰ ਡਾਇਰੈਕਟ ਸਪੀਚ ਦੇ ਵਿੱਚ, ਇਸ ਦੇ ਵਿੱਚ ਡਾਇਰੈਕਟ ਸਪੀਚ ਦੇ ਵਿੱਚ ਪ੍ਰੈਜੈਂਟ ਇੰਡੈਫੀਨੇਟ ਹੈ ਤਾਂ ਇਨਡਾਇਰੈਕਟ 'ਚ ਪਾਸਟ ਇੰਡੈਫੀਨੇਟ। ਜੇਕਰ ਇੱਥੇ ਪ੍ਰੈਜੈਂਟ ਕੰਟੀਨਿਊਸ ਹੈ ਪਾਸਟ ਕੰਟੀਨਿਊਸ, ਜੇਕਰ ਪ੍ਰੈਜੈਂਟ ਪਰਫੈਕਟ ਹੈ ਪਾਸਟ ਪਰਫੈਕਟ, ਪ੍ਰੈਜੈਂਟ ਪਰਫੈਕਟ ਕੰਟੀਨਿਊਸ ਹੈ ਪਾਸਟ ਪਰਫੈਕਟ ਕੰਟੀਨਿਊਸ। ਅੱਗੇ ਜੇਕਰ ਪਹਿਲਾਂ ਤੋਂ ਪਾਸਟ ਇੰਡੈਫੀਨੇਟ ਹੈ ਪਾਸਟ ਪਰਫੈਕਟ, ਜੇਕਰ ਪਹਿਲਾਂ ਤੋਂ ਪਾਸਟ ਕੰਟੀਨਿਊਸ ਹੈ ਪਾਸਟ ਪਰਫੈਕਟ ਕੰਟੀਨਿਊਸ, ਜੇਕਰ ਪਹਿਲਾਂ ਤੋਂ ਹੀ ਪਾਸਟ ਪਰਫੈਕਟ ਹੈ ਨੋ ਚੇਂਜ, ਪਹਿਲਾਂ ਤੋਂ ਹੀ ਪਾਸਟ ਪਰਫੈਕਟ ਕੰਟੀਨਿਊਸ ਹੈ ਨੋ ਚੇਂਜ। ਜੇਕਰ ਵਿਲ ਹੈ ਤਾਂ ਵੁੱਡ, ਜੇਕਰ ਸ਼ੈਲ ਹੈ ਤਾਂ ਸ਼ੁੱਡ, ਜੇਕਰ ਇੱਧਰ ਕੈਨ ਹੈ ਤਾਂ ਉੱਧਰ ਕੁੱਡ। ਸੋ ਜਲਦੀ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀ ਹੈ, ਇਹ ਗੱਲਾਂ ਤੁਸੀਂ ਨੇ ਯਾਦ ਰੱਖਣੀਆਂ ਨੇ। ਇਸ ਤੋਂ ਇਲਾਵਾ ਜਿਹੜੇ ਪਰਸਨ ਨੇ ਉਹ ਪਰਸਨ ਵੀ ਚੇਂਜ ਹੁੰਦੇ ਨੇ। ਜਿਸ ਤਰ੍ਹਾਂ ਕਿ ਦੇਖੋ ਆਈ ਦਾ ਇੱਥੇ ਹੀ ਬਣ ਗਿਆ। ਦੇਖੋ ਇਹ ਕਿਸ ਤਰ੍ਹਾਂ ਚੇਂਜ ਹੁੰਦੇ ਨੇ, ਇਹ ਤੁਸੀਂ ਜਿਹੜੇ ਆਪਣੀ ਨਰੇਸ਼ਨ ਵਾਲੀ ਵੀਡੀਓਜ਼ ਨੇ ਪਲੇਲਿਸਟ ਦੇ ਵਿੱਚ ਜਾ ਕੇ ਉਹ ਜ਼ਰੂਰ ਦੇਖੋ, ਕਿਉਂਕਿ ਹੁਣ ਆਪਾਂ ਜੇਕਰ ਸਮਝਾਉਣ ਲੱਗੇ ਤਾਂ ਉਹ ਬਹੁਤ ਜ਼ਿਆਦਾ ਟਾਈਮ ਲਏਗਾ ਤਾਂ ਉਹ ਸਮਝ ਨਹੀਂ ਆਏਗਾ। ਵੈਸੇ ਜਦੋਂ ਆਪਾਂ ਐਕਸਰਸਾਈਜ਼ ਕਰਾਂਗੇ ਉਦੋਂ ਮੈਂ ਤੁਹਾਨੂੰ ਇੱਕ ਜਿਵੇਂ ਜਿਸ ਤਰ੍ਹਾਂ ਕਹਿੰਦੇ ਨੇ ਇੱਕ ਮੋਟਾ ਜਿਹਾ ਮੈਂ ਤੁਹਾਨੂੰ ਸਮਝਾ ਦੇਵਾਂਗਾ ਕਿਸ ਤਰ੍ਹਾਂ ਚੇਂਜ ਹੋਏ ਨੇ। ਸੋ ਇਹ ਚੀਜ਼ ਤੁਸੀਂ ਨੇ ਯਾਦ ਰੱਖਣੀ ਹੈ ਜਿਹੜੀ ਮੈਂ ਤੁਹਾਨੂੰ ਦੱਸੀ ਹੈ। ਅਗਲਾ ਦੇਖੋ when we use reported speech, ਜਦੋਂ ਅਸੀਂ ਰਿਪੋਰਟਡ ਸਪੀਚ ਦਾ ਯੂਜ਼ ਕਰਦੇ ਹਾਂ the main verb of the sentence is usually past। ਜਦੋਂ ਰਿਪੋਰਟਡ ਸਪੀਚ ਬਣਾਉਣੇ ਆ ਤਾਂ ਯੂਜ਼ੂਅਲੀ ਜਿਹੜੀ ਮੇਨ ਵਰਬ ਹੁੰਦੀ ਹੈ ਪਾਸਟ ਦੇ ਵਿੱਚ ਹੀ ਹੋ ਜਾਂਦੀ ਹੈ। ਮਤਲਬ ਜਿਸ ਤਰ੍ਹਾਂ ਕਿ ਪੌਲ ਸੈਡ, ਇੱਧਰ ਇਹ ਸੇਜ਼ ਵੀ ਹੋ ਸਕਦੀ ਹੈ, ਸੇ ਵੀ ਹੋ ਸਕਦੀ, ਟੈਲ ਵੀ ਹੋ ਸਕਦੀ ਹੈ। ਇੱਧਰ ਪੌਲ ਸੈਡ ਟੋਲਡ ਇਸ ਤਰ੍ਹਾਂ ਹੋਏਗੀ। ਅਗਲਾ ਜਿਸ ਤਰ੍ਹਾਂ ਕਿ ਫਾਰ ਐਗਜ਼ਾਮਪਲ ਇਹਨਾਂ ਨੇ ਦੱਸਿਆ ਵੀ ਹੈ ਪੌਲ ਸੈਡ ਦੈਟ ਹੀ ਵਾਜ਼ ਫੀਲਿੰਗ ਇਲ, ਤਾਂ ਇੱਧਰ ਹੋ ਗਿਆ ਪੌਲ ਟੋਲਡ ਲੀਜ਼ਾ ਦੈਟ ਆਈ ਡਿਡਨਟ ਹੈਵ ਐਨੀ ਮਨੀ। ਦੋ ਐਗਜ਼ਾਮਪਲਾਂ ਨੇ ਇਹ, ਜਿਸ ਤਰ੍ਹਾਂ ਕਿ ਟੋਲਡ ਹੋ ਗਿਆ ਸੈਡ ਹੋ ਗਿਆ, ਮਤਲਬ ਪਾਸਟ ਦੇ ਵਿੱਚ ਹੁੰਦੀ ਹੈ ਮੋਸਟਲੀ। ਅਗਲਾ ਦੇਖੋ ਇਨ ਜਨਰਲ ਦੇ ਵਿੱਚ ਕੀ ਹੈ, ਮਤਲਬ ਜੇ ਕਿ ਆਮ ਜਾਂ ਤੁਹਾਨੂੰ ਦੱਸਿਆ ਜਾਵੇ ਇੱਕ ਮੋਟਾ ਦ ਪ੍ਰੈਜੈਂਟ ਫਾਰਮ ਇਨ ਡਾਇਰੈਕਟ ਸਪੀਚ, ਜਿਹੜੀ ਡਾਇਰੈਕਟ ਸਪੀਚ ਦੇ ਵਿੱਚ ਪ੍ਰੈਜੈਂਟ ਫਾਰਮ ਹੁੰਦੀ ਹੈ ਚੇਂਜਸ ਟੂ ਦਾ ਪਾਸਟ ਫਾਰਮ ਇਨ ਰਿਪੋਰਟਡ ਸਪੀਚ। ਰਿਪੋਰਟਡ ਸਪੀਚ ਦੇ ਵਿੱਚ ਉਹ ਪਾਸਟ ਬਣ ਜਾਂਦੀ ਹੈ। ਦੇਖੋ ਵਿਲ ਦਾ ਵੁੱਡ ਮੈਂ ਤੁਹਾਨੂੰ ਦੱਸਿਆ, ਕੈਨ ਦਾ ਕੁੱਡ ਦੱਸਿਆ। ਜੇਕਰ ਇਜ਼ ਐਮ ਆਰ ਹੈ ਤਾਂ ਵਾਜ਼ ਵਰ ਹੋ ਜਾਏਗਾ ਅਕੋਰਡਿੰਗ ਟੂ ਸਬਜੈਕਟ। ਜੇ ਡੂ ਤੇ ਡਜ਼ ਹੈ ਤਾਂ ਉਸਦਾ ਡਿਡ ਹੋ ਜਾਏਗਾ। ਹੈਜ਼ ਤੇ ਹੈਵ ਹੈ ਉਸਦਾ ਹੈਡ ਹੋ ਜਾਏਗਾ। ਇਹ ਚੀਜ਼ ਵੀ ਯਾਦ ਰੱਖਣੀ ਹੈ। ਅੱਗੇ ਦੇਖੋ ਜਿਹੜੀ ਵਰਬ ਦੀ ਫਾਰਮ ਹੈ ਉਹ ਵੀ ਚੇਂਜ ਹੋ ਜਾਏਗੀ। ਮੰਨ ਲਓ ਵਰਬ ਦੀ ਫਸਟ ਫਾਰਮ ਹੈ ਪ੍ਰੈਜੈਂਟ ਇੰਡੈਫੀਨੇਟ ਦੀ, ਤਾਂ ਉਹ ਵੀ ਸੈਕੰਡ ਹੋ ਜਾਏਗੀ। ਵਾਂਟ ਲਾਈਕ ਨੋ ਤਾਂ ਇਹ ਹੋ ਜਾਏਗੀ ਵਾਂਟਡ ਲਾਈਕਡ ਨਿਊ। ਅੱਗੇ ਦੇਖੋ ਜਿਸ ਤਰ੍ਹਾਂ ਕਿ ਐਗਜ਼ਾਮਪਲ ਹੈ ਐਨਾ ਕਹਿ ਰਹੀ ਹੈ ਮਾਈ ਪੇਰੈਂਟਸ ਆਰ ਫਾਈਨ, ਮੇਰੇ ਜਿਹੜੇ ਪੇਰੈਂਟਸ ਨੇ ਉਹ ਫਾਈਨ ਵਧੀਆ ਨੇ। ਆਈ ਐਮ ਗੋਇੰਗ ਟੂ ਲਰਨ ਟੂ ਡਰਾਈਵ, ਮੈਂ ਮਤਲਬ ਡਰਾਈਵਿੰਗ ਜਿਹੜੀ ਉਹ ਸਿੱਖਣ ਜਾ ਰਹੀ ਹਾਂ। ਤਾਂ ਦੇਖੋ ਅੱਗੇ ਐਨਾ ਸੈਡ ਦੈਟ ਹਰ ਪੇਰੈਂਟਸ ਵਰ ਫਾਈਨ, ਸ਼ੀ ਸੈਡ ਦੈਟ ਸ਼ੀ ਵਾਜ਼ ਗੋਇੰਗ ਟੂ ਲਰਨ ਟੂ ਡਰਾਈਵ। ਦੇਖੋ I am going to learn drive, present continuous ਸੀ, ਇੱਥੇ ਬਣ ਗਿਆ past continuous, she was going to learn to drive। ਸੋ ਇਹ ਚੀਜ਼ ਜਿਹੜੀ ਯਾਦ ਰੱਖਣੀ ਹੈ ਟੈਂਸ ਕਦੋਂ ਚੇਂਜ ਕਰਨੇ ਨੇ। ਦੇਖੋ ਜੇਕਰ ਰੂਲਸ ਤੁਸੀਂ ਧਿਆਨ ਨਾਲ ਪੜੋਗੇ, ਜੇਕਰ ਉਹ ਮੈਂ ਬਾਰ-ਬਾਰ ਇਹੀ ਗੱਲ ਰਿਪੀਟ ਕਰ ਰਿਹਾ, ਜੇਕਰ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਪਹਿਲੀਆਂ 4 ਜਾਂ 5 ਵੀਡੀਓਜ਼ ਦੇਖੋਗੇ ਤਾਂ ਤੁਹਾਨੂੰ ਇਹ ਐਕਸਰਸਾਈਜ਼ ਕਰਨ ਦੇ ਵਿੱਚ ਕੋਈ ਦਿੱਕਤ ਆ ਜਿਹੜੀ ਉਹ ਨਹੀਂ ਆਵੇਗੀ। ਐਂਡ ਨੈਕਸਟ ਦੇਖੋ ਹੁਣ ਆਪਾਂ ਇਸ ਦੀ ਐਕਸਰਸਾਈਜ਼ ਹੈ ਜਿਹੜੀ ਆਪਣੀ ਇਸ ਯੂਨਿਟ ਦੀ ਉਹ ਸ਼ੁਰੂ ਕਰਦੇ ਹਾਂ। ਫਸਟ 47.1 ਇਸ ਦੇ ਵਿੱਚ ਇਹਨਾਂ ਨੇ ਆਪਾਂ ਨੂੰ ਸਿਚੁਏਸ਼ਨ ਦਿੱਤੀ ਹੈ। ਕੀ ਕਹਿ ਰਹੇ ਨੇ, ਯੈਸਟਰਡੇ ਯੂ ਮੈਟ ਅ ਫਰੈਂਡ ਆਫ ਯੋਰਸ ਸਟੀਵ, ਕੱਲ ਕਹਿੰਦੇ ਤੁਸੀਂ ਆਪਣੇ ਇੱਕ ਦੋਸਤ ਨੂੰ ਮਿਲੇ ਸਟੀਵ ਨੂੰ। ਆਪਾਂ ਨੂੰ ਸਿਚੁਏਸ਼ਨ ਦੇ ਰਹੇ ਨੇ ਵੀ ਤੁਹਾਡਾ ਦੋਸਤ ਮਿਲਿਆ ਕੱਲ ਤੁਹਾਨੂੰ, ਮਤਲਬ ਬੀਤੇ ਸਮੇਂ ਦੀ ਗੱਲ ਕਰ ਰਿਹਾ, ਸਟੀਵ ਮਿਲਿਆ ਤੁਹਾਨੂੰ। ਯੂ ਹੈਡ ਨਾਟ ਸੀਨ ਹਿਮ ਫॉर ਅ ਲੌਂਗ ਟਾਈਮ, ਤੁਸੀਂ ਨੇ ਉਸ ਨੂੰ ਬਹੁਤ ਲੰਬੇ ਸਮੇਂ ਤੋਂ ਨਹੀਂ ਦੇਖਿਆ ਸੀ। ਹੇਅਰ ਆਰ
ਸਮ ਆਫ ਦ ਥਿੰਗਸ ਸਟੀਵ ਸੈਡ ਟੂ ਯੂ, ਮਤਲਬ ਕੁਝ ਗੱਲਾਂ ਜਿਹੜੀਆਂ ਸਟੀਵ ਨੇ ਤੁਹਾਨੂੰ ਕਹੀਆਂ ਮਿਲ ਕੇ। ਹੁਣ ਜਿਹੜੀਆਂ ਆਪਾਂ ਨੂੰ ਗੱਲਾਂ ਸਟੀਵ ਨੇ ਕਹੀਆਂ ਉਹ ਸਾਰੀਆਂ ਦੇਖੋ ਆਪਾਂ ਨੂੰ ਲਿਖ ਕੇ ਦਿੱਤੀਆਂ ਨੇ, 12 ਆਪਣੇ ਸੈਂਟੈਂਸ ਹੋ ਗਏ। ਜਿਸ ਤਰ੍ਹਾਂ ਕਿ ਉਸਨੇ ਆਪਾਂ ਨੂੰ ਕਿਹਾ ਆਈ ਐਮ ਲਿਵਿੰਗ ਇਨ ਲੰਡਨ, ਹੈ ਨਾ, ਮੈਂ ਲੰਡਨ ਦੇ ਵਿੱਚ ਰਹਿ ਰਿਹਾ ਹਾਂ। ਮਾਈ ਫਾਦਰ ਇਜ਼ ਨੋਟ ਵੈਰੀ ਵੈਲ, ਮੇਰਾ ਫਾਦਰ ਹੈ ਜਿਹੜੇ ਉਹ ਬਹੁਤ ਮਤਲਬ ਚੰਗੇ ਨਹੀਂ ਹੈਗੇ, ਵੈਲ ਨਹੀਂ ਹੈਗੇ, ਹੈ ਨਾ। ਇਹ ਸਾਰੇ ਮਤਲਬ ਸਿਚੁਏਸ਼ਨ, ਇਹ ਗੱਲਾਂ ਆਪਾਂ ਨੂੰ ਉਸਨੇ ਕਹੀਆਂ ਸੈਂਟੈਂਸ। ਹੁਣ ਅੱਗੇ ਆਪਾਂ ਨੇ ਕੀ ਕਰਨਾ ਹੈ, ਕਹਿੰਦੇ ਲੇਟਰ ਦੈਟ, ਔਰ ਬਾਅਦ ਦੇ ਵਿੱਚ ਜਦੋਂ ਸਟੀਵ ਨੇ ਆਪਾਂ ਨੂੰ ਇਹ ਗੱਲਾਂ ਸਾਰੀਆਂ ਕਹਿਤੀਆਂ, ਹੈ ਨਾ, ਤਾਂ ਲੇਟਰ ਦੈਟ ਤੁਸੀਂ ਨੇ ਕੀ ਕਰਨਾ ਹੈ, ਲੇਟਰ ਦੈਟ ਡੇ, ਉਸ ਦਿਨ ਤੋਂ ਬਾਅਦ ਯੂ ਟੈਲ ਅਨਦਰ ਫਰੈਂਡ ਵਟ ਸਟੀਵ ਸੈਡ, ਤੁਸੀਂ ਨੇ ਆਪਣੇ ਇੱਕ ਹੋਰ ਦੋਸਤ ਨੂੰ ਦੱਸਿਆ ਜੋ ਕੁਝ ਵੀ ਤੁਹਾਨੂੰ ਸਟੀਵ ਨੇ ਕਿਹਾ। ਯੂਜ਼ ਰਿਪੋਰਟਡ ਸਪੀਚ, ਜਿਹੜੀ ਮੈਂ ਤੁਹਾਨੂੰ ਦੇਖਿਆ ਉਸ ਤੋਂ ਪਹਿਲਾਂ ਦੱਸ ਕੇ ਹਟਿਆ ਕਿ ਕਿਸੇ ਦੀ ਕਹੀ ਗਈ ਗੱਲ ਜਦੋਂ ਆਪਾਂ ਅੱਗੇ ਦੱਸਦੇ ਹਾਂ, ਜੇ ਤਾਂ ਆਪਾਂ ਡਾਇਰੈਕਟ ਵੇ ਦੇ ਵਿੱਚ ਦੱਸੀਏ, ਡਾਇਰੈਕਟ ਵੇ ਤਾਂ ਇਹੀ ਹੋ ਗਿਆ ਸੇਮ, ਆਪਾਂ ਆਹੀ ਚੀਜ਼ ਕਹਾਂਗੇ, ਮਤਲਬ ਆਪਾਂ ਅੱਗੇ ਵੀ ਦੋਸਤ ਨੂੰ ਇਹੀ ਕਹਾਂਗੇ ਕਿ ਸਟੀਵ ਨੇ ਮੈਨੂੰ ਕਿਹਾ ਆਈ ਐਮ ਲਿਵਿੰਗ ਇਨ ਲੰਡਨ, ਹੈ ਨਾ। ਪਰ ਆਪਾਂ ਨੇ ਕਹਿਣਾ ਰਿਪੋਰਟਡ ਸਪੀਚ, ਹੁਣ ਆਪਾਂ ਨੇ ਇਨਡਾਇਰੈਕਟ ਵੇ ਦੇ ਨਾਲ ਕਹਿਣਾ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਸੀ। ਡਾਇਰੈਕਟ ਵੇ ਤਾਂ ਹੁੰਦਾ ਸਟੀਵ ਦੇ ਕਹੇ ਸੈਂਟੈਂਸ ਐਜ਼ ਇਟ ਉਸੇ ਤਰ੍ਹਾਂ ਆਪਾਂ ਲਿਖ ਕੇ ਦੱਸ ਦਾਂਗੇ, ਔਰ ਇਨਡਾਇਰੈਕਟ ਦੇ ਵਿੱਚ ਇਹਨਾਂ ਸੈਂਟੈਂਸਸ ਦੇ ਵਿੱਚ ਚੇਂਜ ਹੋਏਗਾ, ਔਰ ਚੇਂਜ ਉਹੀ ਚੇਂਜ ਹੋਏਗਾ। ਮੈਂ ਤੁਹਾਨੂੰ ਕਿਹਾ ਜੇਕਰ ਪਾਸਟ ਇੰਡੈਫੀਨਿਟ ਆਪਣਾ ਪ੍ਰੈਜ਼ੈਂਟ ਇੰਡੈਫੀਨਿਟ ਹੈ ਤਾਂ ਪਾਸਟ ਇੰਡੈਫੀਨਿਟ, ਪ੍ਰੈਜ਼ੈਂਟ ਕੰਟੀਨਿਊਸ ਹੈ ਪਾਸਟ ਕੰਟੀਨਿਊਸ, ਇਹ ਸਾਰੇ ਚੇਂਜ ਹੋਣਗੇ ਜੋ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ, ਤੁਸੀਂ ਨੇ ਲਿਖ ਲਏ ਹੋਣਗੇ। ਵਿਲ ਦਾ ਵੁੱਡ, ਸੈਲ ਦਾ ਸ਼ੁੱਡ, ਕੈਨ ਦਾ ਕੁੱਡ, ਸੋ ਉਹ ਸਾਰੇ ਚੇਂਜਸ ਹੋਣਗੇ। ਉਸ ਤੋਂ ਅੱਗੇ ਪਰਸਨ ਵੀ ਚੇਂਜ ਹੋਣਗੇ, ਜਿਹੜੇ ਪਰਸਨ ਨੇ ਉਹ ਵੀ ਚੇਂਜ ਹੋਣਗੇ। ਆਈ ਦਾ ਤੁਸੀਂ ਨੇ ਹੀ ਕਰ ਦੇਣਾ ਜਿੱਥੇ ਵੀ ਆਈ ਹੋਏਗਾ, ਇਸ ਦੇ ਵਿੱਚ ਫਿਲਹਾਲ। ਜੇਕਰ ਕਿਤੇ ਵੀ ਹੁੰਦਾ, ਵੈਸੇ ਇਸ ਦੇ ਵਿੱਚ ਵੀ ਨਹੀਂ ਹੋਏਗਾ, ਜੇਕਰ ਕਿਤੇ ਵੀ ਹੁੰਦਾ ਵੀ ਹੈ ਤਾਂ ਉਸ ਦਾ ਦੇ ਹੋ ਜਾਂਦਾ। ਜਿਹੜਾ ਯੂ ਹੈ ਉਸ ਦਾ ਜਾਂ ਤਾਂ ਆਈ ਹੁੰਦਾ ਜਾਂ ਫਿਰ ਵੀ ਹੁੰਦਾ। ਇੱਥੇ ਆਈ ਹੀ ਹੋਏਗਾ ਕਿਉਂਕਿ ਸਿੰਗੂਲਰ ਪਰਸਨ ਹੈ ਜਿਸ ਨੂੰ ਕੋਈ ਗੱਲ ਦੱਸ ਰਿਹਾ ਹੈ। ਜਿੱਦਾਂ ਕਿ ਸਟੀਵ ਆਪਾਂ ਨੂੰ ਦੱਸ ਰਿਹਾ, ਆਪਾਂ ਸਿਰਫ ਇੱਕ ਹਾਂ। ਜੇਕਰ ਸਟੀਵ ਅਸੀਂ ਇੱਕ ਤੋਂ ਜ਼ਿਆਦਾ ਹੁੰਦੇ, ਸਟੀਵ ਸਾਨੂੰ ਗੱਲਾਂ ਦੱਸ ਰਿਹਾ ਹੁੰਦਾ, ਅਸੀਂ ਇੱਕ ਤੋਂ ਵੱਧ ਹੁੰਦੇ ਤਾਂ ਵੀ ਹੋ ਜਾਂਦਾ। ਸੋ ਇਹ ਸਾਰੀਆਂ ਗੱਲਾਂ ਦੇਖੋ ਤੁਸੀਂ ਜੇਕਰ ਨਰੇਸ਼ਨ ਦੇਖੋਗੇ ਪਲੇਲਿਸਟ ਦੇ ਵਿੱਚੋਂ ਵੀਡੀਓਜ਼, ਉਹਨਾਂ ਦੇ ਵਿੱਚ ਮਿਲਣਗੇ। ਮਾਈ ਦੀ ਜਗ੍ਹਾ ਤੇ ਹਿਜ਼ ਕਰ ਦੇਣਾ ਤੁਸੀਂ ਨੇ, ਜਿੱਥੇ ਵੀ ਮਾਈ ਹੋਏਗਾ ਉੱਥੇ ਹਿਜ਼ ਕਰ ਦੇਣਾ। ਬਾਕੀ ਜਿਹੜੇ ਥਰਡ ਪਰਸਨ ਹੁੰਦੇ ਨੇ ਹੀ, ਸ਼ੀ, ਇਟ ਜਾਂ ਕੋਈ ਨਾਮ ਕਿਸੇ ਦਾ, ਉਹ ਨੋ ਚੇਂਜ, ਉਹ ਚੇਂਜ ਨਹੀਂ ਹੁੰਦੇ। ਬਾਕੀ ਜਿਹੜੇ ਮੀ, ਅਸ ਇਸ ਤਰ੍ਹਾਂ ਹੁੰਦੇ ਨੇ, ਆਪਾਂ ਨੂੰ ਖੈਰ ਨਹੀਂ ਹੈਗੇ ਇਸ ਦੇ ਵਿੱਚ। ਜੇਕਰ ਹੋਣ ਵੀ ਇਹ ਸੀ ਨਰੇਸ਼ਨ, ਇਹ ਨਰੇਸ਼ਨ ਦੇ ਵਿੱਚ ਜਾ ਕੇ ਪਤਾ ਚੱਲੂ। ਫਿਲਹਾਲ ਤੁਸੀਂ ਸਿਰਫ ਯਾਦ ਰੱਖਣਾ ਆਈ ਦਾ ਹੀ ਕਰਨਾ, ਯੂ ਦਾ ਆਈ ਕਰਨਾ, ਮਾਈ ਦਾ ਹਿਜ਼ ਕਰਨਾ, ਸਿਰਫ ਇਹ ਤਿੰਨ ਗੱਲਾਂ ਯਾਦ ਰੱਖਿਓ। ਬਾਕੀ ਟੈਂਸ ਚੇਂਜ ਕਰਨੇ ਨੇ, ਪ੍ਰੈਜ਼ੈਂਟ ਇੰਡੈਫੀਨਿਟ ਪਾਸਟ ਇੰਡੈਫੀਨਿਟ ਕਰਨਾ ਹੈ, ਪ੍ਰੈਜ਼ੈਂਟ ਕੰਟੀਨਿਊਸ ਹੈ ਤਾਂ ਪਾਸਟ ਕੰਟੀਨਿਊਸ। ਦੇਖੋ ਸਭ ਤੋਂ ਪਹਿਲਾਂ ਇੱਕ ਇਹਨਾਂ ਨੇ ਆਪਾਂ ਨੂੰ ਖੁਦ ਦੇਖੋ ਬਣਾ ਕੇ, ਸ਼ੁਰੂ ਤੁਸੀਂ ਨੇ ਸੈਡ ਦੈਟ ਤੋਂ ਹੀ ਕਰਨਾ ਹੈ। ਪਹਿਲਾਂ ਸਟੀਵ, ਇਹਨਾਂ ਨੇ ਇੱਕ ਬਣਾਇਆ ਆਪਾਂ ਨੂੰ, ਦੇਖੋ ਇਹ ਸਾਰੀਆਂ ਗੱਲਾਂ ਆਪਾਂ ਨੂੰ ਸਟੀਵ ਨੇ ਕਹੀਆਂ, ਤਾਂ ਦੇਖੋ ਇਹਨਾਂ ਨੇ ਫਸਟ ਬਣਾਇਆ ਸਟੀਵ ਸੈਡ ਦੈਟ। ਸਾਰੇ ਹੀ ਆਪਾਂ ਇਸ ਤਰ੍ਹਾਂ ਸ਼ੁਰੂ ਕਰਨੇ ਨੇ। ਪਹਿਲੇ ਸੈਂਟੈਂਸ ਦੇ ਵਿੱਚ ਸਟੀਵ ਦਾ ਨਾਮ ਆ ਗਿਆ, ਉਸ ਤੋਂ ਬਾਅਦ ਸਟੀਵ ਦੀ ਜਗ੍ਹਾ ਤੇ ਆਪਾਂ ਹੀ ਦਾ ਯੂਜ਼ ਕਰਦੇ ਜਾਣਾ, ਕਿਉਂਕਿ ਆਪਾਂ ਜਦੋਂ ਐਸੇ ਵੀ ਲਿਖਦੇ ਹੁੰਦੇ ਆ ਇੱਕ ਵਾਰ ਹੀ ਨਾਮ ਲਿਖਦੇ, ਉਸ ਤੋਂ ਬਾਅਦ ਆਪਾਂ ਪ੍ਰੋਨਾਉਨ ਯੂਜ਼ ਕਰ ਲੈਂਦੇ ਹਾਂ। ਹੀ ਸੈਡ ਦੈਟ, ਹੀ ਸੈਡ ਦੈਟ, ਹੀ ਸੈਡ ਦੈਟ, ਸਾਰਿਆਂ 'ਚ ਸੈਡ ਦੈਟ ਸੈਡ ਦੈਟ। ਉਸ ਤੋਂ ਬਾਅਦ ਆਹ ਸੈਂਟੈਂਸ ਲਿਖਣੇ ਨੇ, ਬਸ ਇਹਨਾਂ ਨੂੰ ਚੇਂਜ ਕਰਦੇ ਜਾਣਾ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਰਿਪੋਰਟਡ ਸਪੀਚ ਦੇ ਵਿੱਚ। ਦੇਖੋ ਸਟੀਵ ਸੈਡ ਦੈਟ ਇਹਨਾਂ ਨੇ ਪਹਿਲਾਂ ਬਣਾਇਆ, ਸਟੀਵ ਸੈਡ ਦੈਟ ਇੱਥੇ ਹੋ ਗਿਆ। ਹੁਣ ਆਹ ਸੈਂਟੈਂਸ ਨੀਚੇ ਲੈ ਕੇ ਆਏ, ਇਹ ਦੇਖੋ ਕੀ ਹੈ, ਇਹ ਹੈਗਾ ਆਈ ਐਮ ਲਿਵਿੰਗ ਇਨ ਲੰਡਨ। ਪਹਿਲੀ ਗੱਲ ਤਾਂ ਯਾਦ ਰੱਖੋ ਪ੍ਰੈਜ਼ੈਂਟ ਕੰਟੀਨਿਊਸ ਹੈ, ਇਸ ਨੂੰ ਪਾਸਟ ਕੰਟੀਨਿਊਸ ਕਰ ਦਿਓ। ਦੂਸਰਾ ਆਈ ਦਾ ਕਰ ਦਿਓ ਹੀ, ਤਾਂ ਦੇਖੋ ਇਹ ਬਣ ਗਿਆ ਆਈ ਦਾ ਹੀ ਆ ਗਿਆ। ਹੀ ਐਮ ਲਿਵਿੰਗ ਇਨ ਲੰਡਨ ਤਾਂ ਵਾਜ਼ ਲਿਵਿੰਗ ਇਨ ਲੰਡਨ, ਪਾਸਟ ਕੰਟੀਨਿਊਸ ਹੋ ਗਿਆ। ਦੇਖੋ ਅਗਲਾ, ਅਗਲੇ ਦੇ ਵਿੱਚ ਆਪਾਂ ਹੀ ਯੂਜ਼ ਕਰਾਂਗੇ। ਹੀ ਸੈਡ ਦੈਟ, ਆਪਾਂ ਸਾਰੀਆਂ ਇਹ ਪੌਲ ਦੀਆਂ ਗੱਲਾਂ ਦੱਸ ਰਹੇ ਹਾਂ ਆਪਣੇ ਕਿਸੇ ਦੂਜੇ ਦੋਸਤ ਨੂੰ, ਵੀ ਮਤਲਬ ਹੀ ਸੈਡ ਦੈਟ ਪੌਲ ਨੇ ਕਿਹਾ ਉਸ ਦਾ ਫਾਦਰ ਵਧੀਆ ਨਹੀਂ ਸੀ, ਮਤਲਬ ਗੁੱਡ ਨਹੀਂ ਸੀ, ਵੈਰੀ ਵੈਲ ਨਹੀਂ ਸੀ। ਉਸ ਤੋਂ ਅੱਗੇ ਵੀ ਪੌਲ ਨੇ ਕਿਹਾ ਕਿ ਰੈਚਲ ਅਤੇ ਮਾਰਕਮਸ, ਬਟ ਇਸ ਤਰ੍ਹਾਂ ਪੌਲ ਦੀਆਂ ਗੱਲਾਂ ਨੇ ਜਿਹੜੀਆਂ ਆਪਾਂ ਅੱਗੇ ਦੱਸ ਰਹੇ ਹਾਂ। ਦੇਖੋ ਹੀ ਸੈਡ ਦੈਟ, ਹੁਣ ਸੈਂਟੈਂਸ ਕੀ ਹੈ, ਮਾਈ ਫਾਦਰ ਇਜ਼ ਨਾਟ ਵੈਰੀ ਵੈਲ। ਇਹ ਆਪਾਂ ਨੂੰ ਉਸ ਨੇ ਕਿਹਾ ਸੀ ਮਾਈ ਫਾਦਰ ਇਜ਼ ਨਾਟ ਵੈਰੀ ਵੈਲ, ਆਪਾਂ ਐਜ਼ ਇਟ ਨਹੀਂ ਲਿਖਾਂਗੇ ਕਿਉਂਕਿ ਆਪਾਂ ਰਿਪੋਰਟਡ ਸਪੀਚ ਦੇ ਵਿੱਚ ਲਿਖਣਾ ਹੈ, ਮਤਲਬ ਕਿ ਇਨਡਾਇਰੈਕਟ ਵੇ ਦੇ ਨਾਲ। ਤਾਂ ਆਪਾਂ ਸਭ ਤੋਂ ਪਹਿਲਾਂ ਮਾਈ ਦਾ ਕਰਾਂਗੇ ਹਿਜ਼, ਤਾਂ ਆਪਾਂ ਕਰ ਦਾਂਗੇ ਹਿਜ਼ ਆ ਗਿਆ ਹਿਜ਼ ਫਾਦਰ। ਹੁਣ ਇੱਥੇ ਇਜ਼ ਨਾਟ ਵੈਲ, ਇਜ਼ ਹੈ, ਮੈਂ ਤੁਹਾਨੂੰ ਲਿਖਾਇਆ ਸੀਗਾ ਇਜ਼ ਐਮ ਆਰ ਦਾ ਆਪਾਂ ਵਾਜ਼ ਵਰ ਕਰ ਦੇਣਾ, ਤਾਂ ਇਜ਼ ਹੈ ਕਿਉਂਕਿ ਹਿਜ਼ ਫਾਦਰ ਇੱਕ ਫਾਦਰ ਹੈ, ਤਾਂ ਇੱਥੇ ਵਾਜ਼, ਇਜ਼ ਐਮ ਆਰ ਦਾ ਵਾਜ਼। ਹਿਜ਼ ਫਾਦਰ ਵਾਜ਼ ਨਾਟ, ਇਸ ਤਰ੍ਹਾਂ ਆਏਗਾ ਨਾਟ ਵੈਰੀ ਵੈਲ। ਮੇਰੇ ਖਿਆਲ ਤੇ ਇੱਕ ਦੋ ਸੈਂਟੈਂਸ ਨਾਲ ਹੀ ਤੁਹਾਨੂੰ ਸਮਝ ਆ ਜਾਣਾ ਚਾਹੀਦਾ, ਬਿਲਕੁਲ ਸਿੰਪਲ ਹੈ। ਅੱਗੇ ਦੇਖੋ ਥਰਡ ਦੇ ਵਿੱਚ ਦੁਬਾਰੇ ਫਿਰ ਆਪਾਂ ਹੀ ਸੈਡ ਦੈਟ, ਹੁਣ ਦੇਖੋ ਰੈਚਲ ਐਂਡ ਮਾਰਕ
आर गेटिंग मैरिड नैक्सट वीक, अगले हफ्ते कहते मार्क ते रैचल ने जिहड़े वो ब्याह करवा रहे हैं। आर गेटिंग मैरिड प्रेजेंट कंटिन्यूस है, आप पास्ट कंटिन्यूस करांगे। रैचल एंड मार्क आप सेम लिखांगे क्योंकि कोई नाम है जे किसी का, ही शी इट है या नाम है, नो चेंज, नाम कोई चेंज नहीं करना, तो आप कहांगे रैचल एंड मार्क। आर गेटिंग है आप वॉज गेटिंग मैरिड नेक्स्ट मंथ। देखो ये आंसर आ गया, बिल्कुल आसान ने। अगला ही सेड दैट, सारे ही इस तरह बनाने ने। ही सेड दैट अगला सेंटेंस की है, देखो कहना माई सिस्टर हैज हैड अ बेबी, मेरी सिस्टर दे कोल मतलब बच्चा सीगा। माई सिस्टर तो आप हिज सिस्टर हुण देखो हिज सिस्टर हैज हैड मतलब कि ये हैज हेल्पिंग वर्ब आ गया, हैड ये इत्थे वर्ब की थर्ड फॉर्म है, हैव हैड तो मतलब कि हैज हैव दे नाल वर्ब की थर्ड फॉर्म प्रेजेंट परफेक्ट हुंदा है। तो प्रेजेंट परफेक्ट का आप मैं तुहानूं दस्सिया सी जेकर प्रेजेंट परफेक्ट हो रिपोर्टेड स्पीच दे विच आपां पास्ट परफेक्ट करते हैं, तो पास्ट परफेक्ट दे विच की हुंदा है हैड प्लस वर्ब की थर्ड फॉर्म। ये तो इत्थे वर्ब की थर्ड फॉर्म हैगी ही है, तो हैज दा आपां हैड कर देंगे। सिस्टर हैड कई बार देखो बच्चे कन्फ्यूज होंगे ने, बहुत सारे सेंटेंस दे विच हैड इकट्ठा किस तरह आ जाता है, वो इस तरह आता है कि एक तो जिहड़ा हैड हुंदा है वो पास्ट परफेक्ट का हेल्पिंग वर्ब हुंदा है, और जिहड़ा दूसरा हैड हुंदा है वो मेन वर्ब हुंदी है, वर्ब की थर्ड फॉर्म हैव हैड तां करके हैड हिज सिस्टर हैड अ बेबी। देखो बिल्कुल आसान। अगला फिर ही सेड दैट, ठीक है ना, ही सेड दैट। वैसे इन्होंने अपन ये चीज़ भी कही हुई है अपन ऑक्सफोर्ड के उपर भी, जे तुसी चाहो तो दैट है जो उसको हटा भी सकते हो, बट तुसी लिखो ज़्यादा कन्फ्यूज नहीं होंगे, तुसी दैट का यूज करते जाओ, कोई प्रॉब्लम नहीं। अगला की है ही सेड दैट पंजवां, इस कह रहे कहना आई डोंट नो वट जो इज डूइंग, कहना मैनू नहीं पता वट जो इज डूइंग, जो की कर रहा है। प्रेजेंट कंटिन्यूस हो गया, पास्ट कंटिन्यूस करांगे, बट इधर भी आई डोंट नो डू ते डज दा मैं तुहानूं कहते आप डिड करना है, तो आप कहांगे ही दा आई दा करांगे पहला ही तो डू नॉट दा हो जाऊगा डिड नॉट। देखो ही डिडंट, देखो बिल्कुल कंफ्यूज नहीं होना, डू ते डज दा आप डिड करना है, तो डोंट है तो डिडंट हो गया, आई दा ही हो गया, आप करना ही है। ही डिडंट उस तो बाद नो, यह वर्ब की फस्ट फॉर्म ही आऊ, इसनों सैकेंड फॉर्म नहीं करना क्योंकि डिडंट आ गया। डिडंट तो बाद या डोंट तो बाद आप फस्ट फॉर्म का ही यूज करते होंगे। ही डिडंट नो वट उस तो बाद जो पास्ट कंटिन्यूस कर देंगे, जो इज डूइंग जो वॉज डूइंग। देखो बिल्कुल आसान है। अगला फिर ही सेड दैट अगला की है, देखो अगले की कह रहा है ही सेड दैट, कहना आई सॉ हेलन, मैं हेलन नूं देखिया एट अ पार्टी दे विच इन जून एंड शी सीम्ड फाइन। सब तो पहला देखो आई सॉ हेलन पास्ट इंडेफिनिट है, तो पास्ट इंडेफिनिट जो होंगे आप पास्ट परफेक्ट कर दें। पास्ट परफेक्ट हैड प्लस वर्ब की थर्ड फॉर्म आप करते जावांगे नाल होंगे, तो आई दा ही करांगे है ना, आई करांगे ही, तो ही उस तो बाद पास्ट परफेक्ट करांगे। इसने कहा सी आई सॉ हेलन, आप कहांगे ही हैड सीन, पास्ट परफेक्ट करना है ना, ही हैड सीन हेलन एट अ पार्टी, ये तो सेम आएगा एट अ पार्टी इन जून उस तो बाद एंड शी सीम्ड फाइन, ये भी पास्ट इंडेफिनिट है, सब्जेक्ट वर्ब की सैकेंड फॉर्म। शी है जेड़ा, शी तो चेंज नहीं होगा, थर्ड पर्सन, शी तो इस तरह आएगा एंड शी। उस तो बाद है सीम्ड फाइन, पास्ट इंडेफिनिट है, इसनूं भी पास्ट परफेक्ट करांगे, मतलब कि हैड प्लस वर्ब की थर्ड फॉर्म हैड सीम्ड, शी हैड सीम्ड फाइन।
देखो मैनू नहीं लगता कि हुण भी कोई कन्फ्यूजन तुहाडे मन दे विच होनी चाहिए है। इस तो अगे सारे तुसीं खुद बनाउण दे योग हैगे हो, बट आपां दो होर बनाउणे आ, इस तो बाद सारे तुसीं बाकी खुद बनाउणे ने। अगे देखो ही सैड दैट अगे हुण आपां सेंटेंस पढ़दे हां। कहंदा आई हैव नॉट सीन एमी रीसेंटली। कहंदा मैं एमी नूं मतलब रीसेंटली आ जिहड़ा मतलब कुछ समय तो मैं नहीं देखिया। हुण देखो आई हैव नॉट सीन, हैव प्लस वर्ब की थर्ड फॉर्म, हैव नॉट सीन तुहानूं पता होना चाहिए है प्रेजेंट परफेक्ट है, तो आप इसनूं पास्ट परफेक्ट करांगे। पास्ट परफेक्ट मतलब कि हैड प्लस वर्ब की थर्ड फॉर्म, हैव नॉट है तो आप हैड दे नाल भी नॉट का यूज करांगे, हैड नॉट। आई दा ही तो जगह ही हैड नॉट सीन, ही हैड नॉट सीन क्योंकि पास्ट परफेक्ट करना है एमी रीसेंटली। देखो ये सेंटेंस देखो बिल्कुल आसान ने, कुछ भी औखा नहीं। अगे दोबारे फिर ही सैड दैट अगला सेंटेंस की है, कहना आई एम नॉट इंजॉइंग माई जॉब वेरी मच। मैं अपनी जॉब है जी बहुत ज़्यादा इंजॉय नहीं कर रहा हाँ। प्रेजेंट कॉन्टीन्यूज है, पास्ट कॉन्टीन्यूज कर दो। आई दा तो ही होएगा, ही दे नाल लगेगा वॉज, ही वॉज क्योंकि नेगेटिव है तो नॉट, ही वॉज नॉट इंजॉइंग, ही वॉज नॉट इंजॉइंग माई जॉब है तो माई दा हिज, माई दा जगह हिज, ही वॉज नॉट इंजॉइंग हिज जॉब वेरी मच। इत्थे माई दा आपां हिज करदे हां क्योंकि माई एक परसन है, माई कह रहा तां करके आपां इत्थे इसदा हिज करिए। जेकर अर हुंदा तां कुछ होर हुंदा इत्थे। सो वो सब चीज़ां देखो इत्थे कन्फ्यूज मैं तुहानूं नहीं करना चाहुंदा, वो तुसीं नरेशन देखो A to Z चीज़ पता चल जाएगी। पहली 5 वीडियो देखनियां ने बस। देखो ये हो गए, अगले खुद करके देखने ने। देखो अगले दे विच की है, कहना यू कैन कम एंड स्टे एट माई प्लेस इफ यू आर एवर इन लंदन। जेकर तुसीं कदे भी लंदन आए तो मेरी प्लेस मेरी जगह के उत्ते मतलब मेरे लवे कहना जरूर ठहरे हो। सब तो पहले तो ही सैड दैट करांगे, उस तो बाद अपने लवे हैगा यू, तो यू दा ये आपां नूं कह रहा हुण देखो स्टीव, इत्थे तां स्टीव सारियां गल्लां अपने आप नूं कह रहा सी। देखो आई हैव सीन भी मैं मतलब स्टीव कह रहा सी, तां करके आपां स्टीव दे लई ही यूज़ करे आपां ने। हुण इत्थे स्टीव ये गल आपां नूं कह रहा यू कि तुसीं जदों भी आए, तो इसलिए आपां अपने दोस्त नूं भी अगे दस्सांगे कि स्टीव ने मैनूं कहा कि मैं जदों भी मतलब उत्थे जावांगा तो मैं उहदे प्लेस के उत्ते ठहर सकदा, तो यू दा तां करके आपां यू दा आई करांगे। हुण जेकर आपां स्टीव दीयां गल्लां सुनने वाले एक तो ज़्यादा हुंदे फिर उहदा वी करना पैंदा। हुण आपां इसदा आई करांगे। ही सैड दैट तो आई गई आएगा, ही सैड दैट तो बाद यू दा कर दोगे आई। ही सैड दैट आई कैन दा कर दूँ कुड, आई कुड कम एंड स्टे एट, हुण माई है तो हिज प्लेस इफ दोबारे फिर आई, इफ आई इत्थे आर है तो इसदा वर, इफ आई वर एवर इन लंदन। इत्थे वर की जगह तुसीं वॉज कर सकते हो, सॉरी वर नहीं आपां यू दा जो आपां आई करता तो वॉज वर चो आपां वॉज लावांगे, आपां वॉज का यूज़ करना है। इफ आई वॉज एवर इन लंदन। आई होप के समझ आ गई होगी। अगला देखो, अगला कह रहा है माई कार वॉज स्टोलन अ फ्यू डेज अगो। देखो इस दे विच थोड़ी जी कन्फ्यूजन हो सकती है तुहानूं, वैसे कन्फ्यूजन होने वाली कोई गल नहीं हैगी, मैं दसदा किस तरह बनूगा। ये आपां देखो इत्थे देखदे हां। हुण ये जेकर तुसीं देखो ये जिहड़ा सेंटेंस है आपां ने पिछे एक्टिव पैसिव आपां करके आए हां, ये सेंटेंस देखो वॉज वर्ब दे नाल वर्ब दी थर्ड फॉर्म है, वॉज वर्ब दे नाल वर्ब दी थर्ड फॉर्म, क्योंकि कह रहा है माई कार वॉज स्टोलन अ फ्यू डेज अगो, कुछ दिन पहला मेरी कार चोरी हो गई। जिसने चोरी की वो सब्जैक्ट नहीं है, मतलब कि यह पैसिव सेंटेंस का बनया होया। सब तो पहला तुहानूं ये देखना पऊगा भी जिहड़ा सेंटेंस है ये पैसिव है, किहड़े टेंस तो यह पैसिव बनया होया। मतलब जेकर एक्टिव बनाइए इसका, जेकर एक्टिव बनाइए तो किहड़ा टेंस है भी जिस तो यह पैसिव बने हुए। जेकर देखो ये पास्ट इंडेफिनेट का पैसिव है, क्योंकि पास्ट इंडेफिनेट दे विच हुंदा सब्जैक्ट, एक्टिव दे विच सब्जैक्ट वर्ब की सैकेंड फॉर्म ऑब्जैक्ट। जो आप उसका पैसिव बनाने पहला ऑब्जैक्ट फिर वॉज या वर फिर वर्ब की थर्ड फॉर्म, उस तो बाद बाय लगा के हुंदा। मतलब इत्थे वो चीज़ नहीं हैगी सब्जैक्ट तो अ फ्यू डेज अगो नाल लिखे, मतलब कि पास्ट इंडेफिनेट वाला आपां इत्थे रूल वरतना है। हुण जो पास्ट इंडेफिनेट हुंदा है आपां मैं तुहानूं इधर कहा कि जो रिपोर्टर स्पीच बनाउने पास्ट इंडेफिनेट जेकर टेंस होवे तो आपां पास्ट इंडेफिनेट का की करते हैं पास्ट परफेक्ट। हुण ये पास्ट इंडेफिनेट का पैसिव है तो आपां पास्ट परफेक्ट का भी
ਪੈਸਿਵ ਬਣਾਵਾਂਗੇ ਤਾਂ ਪਾਸਟ ਪਰਫੈਕਟ ਦੇ ਪੈਸਿਵ ਦੇ ਵਿੱਚ ਕੀ ਹੁੰਦਾ ਹੈ, ਪਹਿਲਾਂ ਹੁੰਦਾ ਆਬਜੈਕਟ, ਉਸ ਤੋਂ ਬਾਅਦ ਹੈਡ ਬੀਨ ਤੋਂ ਬਾਅਦ ਵਰਬ ਦੀ ਥਰਡ ਫਾਰਮ, ਉਸ ਤੋਂ ਬਾਅਦ ਅੱਗੇ ਜੋ ਇੱਥੇ ਹੈਗਾ ਉਹ ਲਿਖ ਦਾਂਗੇ। ਮਤਲਬ ਕਿ ਹੈਡ ਬੀਨ ਆਊਗਾ। ਦੇਖੋ ਜੇ ਤੁਹਾਡੇ ਦਿਮਾਗ ਦੇ ਨਾਲ ਸਮਝੋ ਤਾਂ ਬਿਲਕੁਲ ਆਰਾਮ ਨਾਲ ਸਮਝ ਆਉਂਦਾ ਹੈ, ਕਿਉਂਕਿ ਪਾਸਟ ਇੰਡੈਫੀਨੇਟ ਦਾ ਪੈਸਿਵ ਹੈ, ਆਪਾਂ ਆਪਣਾ ਪਾਸਟ ਪਰਫੈਕਟ ਦਾ ਇੰਡੈਫੀਨੇਟ ਬਣਾਵਾਂਗੇ, ਕਿਉਂਕਿ ਪਾਸਟ ਇੰਡੈਫੀਨੇਟ ਦਾ ਜਦੋਂ ਹੋਵੇ ਆਪਾਂ ਰਿਪੋਰਟਡ ਸਪੀਚ ਦੇ ਵਿੱਚ ਪਾਸਟ ਪਰਫੈਕਟ ਬਣਾਉਂਦੇ ਆ, ਔਰ ਪਾਸਟ ਪਰਫੈਕਟ ਦਾ ਆਪਾਂ ਬਣਾਵਾਂਗੇ ਪੈਸਿਵ, ਕਿਉਂਕਿ ਇਹ ਵੀ ਪੈਸਿਵ ਹੈ ਪਾਸਟ ਇੰਡੈਫੀਨੇਟ ਦਾ, ਹੈ ਨਾ। ਤਾਂ ਦੇਖੋ ਇਹ ਬਣ ਜਾਏਗਾ ਹੀ ਸੈਡ ਦੈਟ, ਇਹ ਤਾਂ ਆਏਗਾ ਹੀ ਆਏਗਾ। he said that my car ਦਾ his car, he said that his car had been stolen a few days ago, ਇਸ ਤਰ੍ਹਾਂ ਆਏਗਾ। आई होप कि सारे समझ गए होवोगे, लिख के बनाना है, आराम नाल समझ आएगा। अगला I want to go on holiday but I can't afford it, he said that he want, है ना, want to go है, he want to go तो wanted बन जाएगा, क्योंकि यह ਪ੍ਰੈਜੈਂਟ ਇੰਡੈਫੀਨੇਟ ਹੈ ਤਾਂ ਵਾਂਟ ਦਾ ਆਪਾਂ ਸੈਕੰਡ ਫਾਰਮ ਹੈ ਤੁਹਾਨੂੰ ਦੱਸਿਆ, ਪ੍ਰੈਜੈਂਟ ਇੰਡੈਫੀਨੇਟ ਦਾ ਪਾਸਟ ਇੰਡੈਫੀਨੇਟ ਬਣਾਵਾਂਗੇ। ਹੀ ਸੈਡ ਦੈਟ ਹੀ ਵਾਂਟਡ ਟੂ ਗੋ ਔਨ ਹੌਲੀਡੇ ਬਟ ਆਈ ਦਾ ਫਿਰ ਹੀ, ਬਟ ਹੀ ਕੈਨ ਨੋਟ ਦਾ ਕੁਡ ਨੋਟ, ਹੀ ਕੁਡ ਨੋਟ ਅਫੋਰਡ ਇਟ। ਅਗਲਾ आई विल टेल क्रिस आई सॉ यू, कहना मैं क्रिस नूं, है ना, मतलब दसूँगा कि मैं तुहानूं देखिया सीगा। हुण देखो आई विल टेल यू, आई दा ही बन गया, ही सैड, पहला वो तो कहांगे ही सैड दैट ही विल दा वुड, ही वुड टेल क्रिस, ही वुड टेल क्रिस, उस बाद आई दा फिर ही उस तो बाद सॉ यू है, पास्ट इंडेफिनेट है तो पास्ट परफेक्ट करांगे हैड सीन। हुण जिहड़ा ए यू है, वैसे यू का मैं थोड़ा कह दी आप आई बनावे, है ना, यू का आई, बट एक चीज़ देखो जोड़ा यू है इत्थे, जेकर यू एक सबजैक्ट के तौर पर होवे फिर तो आई बनावांगे, बट इत्थे यू है जोड़ा ये ऑब्जैक्टिव केस है, इत्थे सबजैक्ट है आई, ये मेन वर्ब है, ये ऑब्जैक्ट, तो इत्थे भी आप आई का ऑब्जैक्टिव केस करांगे। आई का ऑब्जैक्टिव केस है जो हुंदा है, जिस तरह कि आई का मी, वी का अस, तो इत्थे आई का की बन जूगा ऑब्जैक्टिव केस अस अपना मी, तो इत्थे आएगा मी, तो आप कहांगे आई हैड सीन, मतलब सॉरी ही हैड सीन मी। आई होप कि तुसीं समझ गए किस तरह बनूगा। ही सैड दैट ही वुड टेल क्रिस ही हैड सीन मी, तो इस तरह आ जाएगा। सो देखो जेकर रूल्स थोड़े चंगी तरह याद ने तो बिल्कुल भी कुछ भी औखा नहीं हैगा। पजलिंग तुहानूं लगदा होगा क्योंकि पहली बार शायद तुसीं सुनिया होवेगा। जेकर तुसीं नरेशन, मेरी गल मैं दोबारा फिर रिपीट करना, जेकर नरेशनस तुसीं कर लोगे पहलियां 5 वीडियोज़ प्लेलिस्ट चों जाके तो ये तुहाडे लई बिल्कुल ही आसान हो जाएगा। एंड अगे देखो हुण अपनी इस वीडियो का अगला पार्ट है जिहड़ा आपां ओह करदे हां, अगली एक्सरसाइज बिल्कुल आसान है। इस दे विच की करना है 47.2 ਦੇ ਵਿੱਚ ਕਹਿੰਦੇ somebody says something to you, मतलब कोई ਤੁਹਾਨੂੰ ਕੁਝ ਕਹਿੰਦਾ ਹੈ ਨਾ, which is not what you expected, और ਉਹ ਚੀਜ਼ ਅਜਿਹੀ ਨਹੀਂ ਹੈਗੀ, मतलब ਉਹ ਜਿਹੜੀ ਤੁਹਾਨੂੰ ਕੋਈ ਗੱਲ ਕਹਿ ਰਿਹਾ ਹੈ ਉਹ ਗੱਲ ਤੁਸੀਂ ਐਕਸਪੈਕਟ ਨਹੀਂ ਕਰਦੇ, ਤੁਹਾਨੂੰ ਉਮੀਦ ਨਹੀਂ ਹੈਗੀ ਉਸ ਗੱਲ ਦੀ। use your own ideas, ਆਪਣੇ ਆਈਡੀਆਜ਼ ਯੂਜ਼ ਕਰੋ to complete your answer, ਆਪਣੇ ਆਨਸਰ ਨੂੰ ਕੰਪਲੀਟ ਕਰਨ ਵਾਸਤੇ। ਹਾਲਾਂਕਿ ਮੈਂ ਪਹਿਲਾਂ ਤੋਂ ਕੰਪਲੀਟ ਕਰ ਦਿੱਤੇ ਨੇ, ਹੁਣ ਆਪਾਂ ਨੇ ਆਪਣੇ ਆਈਡੀਆਜ਼ ਯੂਜ਼ ਕਰਨੇ ਨੇ, ਔਰ ਆਪਾਂ ਨੇ ਜਿਹੜੀ ਉੱਪਰਲੀ ਜਿਹੜਾ A ਹੈ ਜੋ ਕਹਿ ਰਿਹਾ A, ਆਪਾਂ B ਦੇ ਵਿੱਚ ਕੰਪਲੀਟ ਕਰਨਾ ਹੈ। ਜੋ ਗੱਲ A ਉੱਪਰ ਕਹਿ ਰਿਹਾ ਉਸ ਨਾਲ ਆਪਾਂ ਸਹਿਮਤ ਨਹੀਂ ਹੋਣਾ, ਕਿਉਂਕਿ ਆਪਾਂ ਐਕਸਪੈਕਟ ਨਹੀਂ ਕਰਦੇ। ਦੇਖੋ ਸਹਿਮਤ ਕਿਸ ਤਰ੍ਹਾਂ ਨਹੀਂ ਹੋਣਾ, ਜਿਸ ਤਰ੍ਹਾਂ ਇਹਦੇ ਵਿੱਚ ਹੈ ਫਸਟ ਦੇ ਵਿੱਚ A ਹੈ ਜਿਹੜਾ ਕੀ ਕਹਿ ਰਿਹਾ, ਇਟਸ ਕੁਆਇਟ ਅ ਲੌਂਗ ਵੇ ਫਰੋਮ ਦਾ ਹੋਟਲ ਟੂ ਦ ਸਟੇਸ਼ਨ, ਕਹਿੰਦਾ ਹੋਟਲ ਤੋਂ ਸਟੇਸ਼ਨ ਤੱਕ ਦਾ ਰਸਤਾ ਜਿਹੜਾ ਉਹ ਬਹੁਤ ਜ਼ਿਆਦਾ मतलब कि लंबा रस्ता है। ਤਾਂ B है ਜਿਹੜਾ B ਕੀ ਕਹਿ ਰਿਹਾ, इज इट की कहना सचमुच है, मतलब प्रश्न पूछ रहा है भी क्या आप किसी को कहते होंगे ना, अपन को कह रहे यार इतों बहुत लंबा रस्ता है स्टेशन का, आप सुन के कि लंबा रस्ता है यार, मतलब क्वेश्चन पूछ रहा है, और अगे मतलब कि उसने सहमति जी नहीं जता रहा, ता करके पूछ रहा है इज इट कि लंबा रस्ता है। अगे कहना द मैन ऑन द रिसैप्शन डेस्क, ਜਿਹੜਾ ਕਹਿੰਦਾ ਇੱਕ ਆਦਮੀ ਰਿਸੈਪਸ਼ਨ ਤੇ ਬੈਠਾ ਸੀਗਾ ਹੋਟਲ ਦੇ ਰਿਸੈਪਸ਼ਨ ਤੇ, ਜਿੱਥੋਂ ਆਪਾਂ ਹੋਟਲ ਤੋਂ ਸਟੇਸ਼ਨ ਨੂੰ ਜਾਣਾ ਹੈ, ਕਹਿੰਦਾ ਡੈਸਕ ਸੈਡ, ਉਸਨੇ ਮੈਨੂੰ ਕਿਹਾ, मतलब कि ਦ ਮੈਨ ਔਨ ਦ ਰਿਸੈਪਸ਼ਨ ਡੈਸਕ ਸੈਡ, ਪਰ ਕਹਿੰਦਾ ਜਿਹੜਾ ਰਿਸੈਪਸ਼ਨ ਦੇ ਉੱਪਰ ਬੈਠਾ ਸੀਗਾ ਮੈਨ, ਉਸਨੇ ਮੈਨੂੰ ਕਿਹਾ ਸੈਡ, ਔਰ ਰਿਪੋਰਟਡ ਸਪੀਚ ਦੇ ਵਿੱਚ ਹੀ ਬਣਾਉਣਾ ਆਪਾਂ ਨੇ। ਸੈਡ ਕੀ ਕਿਹਾ, ਇਟ ਵਾਜ਼ ਓਨਲੀ 5 ਮਿੰਟਸ वॉक, कहना सिर्फ 5 मिनट का ही पैदल रास्ता जेकर तुसीं जाओगे। और बनाने ਆਪਾਂ ਨੇ किस तरह ने, जेकर प्रैजेंट ਦੇ ਵਿੱਚ है ਆਪਾਂ ਨੇ पास्ट ਦੇ ਵਿੱਚ लिखना है। ਇੱਥੇ ਹੈਗਾ ਸੀ इट इज़ क्वाइट अ लॉन्ग, ਤਾਂ ਕਰਕੇ ਆਪਾਂ ਨੇ इट वाज,
ਇੱਥੇ was ਦਾ ਯੂਜ਼ ਕਰਿਆ, was only 5 minutes ਟੂ ਵॉक। ਆਪਾਂ ਹੋਰ ਤਰੀਕੇ ਨਾਲ ਵੀ ਬਣਾ ਸਕਦੇ ਹਾਂ। ਇਹਨਾਂ ਨੇ ਕਿਹਾ ਯੂਜ਼ ਯੂਅਰ ਔਨ ਮਾਈਂਡਸ, ਮਤਲਬ ਆਪਣਾ ਆਈਡੀਆਜ਼ ਯੂਜ਼ ਕਰਕੇ ਆਪਾਂ ਕੁਝ ਵੀ ਬਣਾ ਸਕਦੇ ਹਾਂ। ਦੇਖੋ ਸੈਕਿੰਡ, ਸੂ ਇਜ਼ ਕਮਿੰਗ ਟੂ ਦ ਪਾਰਟੀ ਟੂ ਨਾਈਟ। ਇਹ ਯਾਦ ਰੱਖਿਓ, ਸੂ ਇਜ਼ ਕਮਿੰਗ ਪ੍ਰੈਜੈਂਟ ਕੰਟੀਨਿਊਸ ਹੈ। ਜਦੋਂ ਆਪਾਂ ਆਪਣਾ ਆਈਡੀਆ ਬਣਾਵਾਂਗੇ ਆਪਾਂ ਪਾਸਟ ਕੰਟੀਨਿਊਸ ਦੇ ਵਿੱਚ ਕਰਾਂਗੇ ਕਿਉਂਕਿ ਰਿਪੋਰਟਡ ਸਪੀਚ ਹੈ। ਤਾਂ ਸੂ ਇਜ਼ ਕਮਿੰਗ ਟੂ ਦ ਪਾਰਟੀ ਟੂ ਨਾਈਟ, ਕਹਿੰਦੇ ਅੱਜ ਪਾਰਟੀ ਦੇ ਵਿੱਚ ਸੂ ਹੈ ਜਿਹੜੀ ਉਹ ਆ ਰਹੀ ਹੈ। ਤਾਂ ਬੀ ਕਹਿ ਰਿਹਾ ਇਜ਼ ਸ਼ੀ, ਕੀ ਉਹ ਆਊਗੀ? ਪ੍ਰਸ਼ਨ ਪੁੱਛ ਰਿਹਾ ਆਈ ਸੌ ਹਰ, ਕਹਿੰਦਾ ਮੈਂ ਉਸ ਨੂੰ ਦੇਖਿਆ ਸੀਗਾ ਅ ਫਿਊ ਡੇਜ਼ ਅਗੋ, ਕੁਝ ਦਿਨ ਪਹਿਲਾਂ ਮੈਂ ਉਸ ਨੂੰ ਮਤਲਬ ਦੇਖਿਆ ਸੀਗਾ। ਐਂਡ ਸ਼ੀ ਸੈਡ, ਅਤੇ ਉਸਨੇ ਕਿਹਾ, ਸ਼ੀ ਮਤਲਬ ਹੁਣ ਆਪਾਂ ਸਹਿਮਤ ਨਹੀਂ ਹੋਵਾਂਗੇ, ਹੁਣ ਆਪਾਂ ਕਹਾਂਗੇ ਉਸਨੇ ਕਿਹਾ ਸ਼ੀ ਵਾਜ਼ ਨਾਟ ਕਮਿੰਗ, ਉਸਨੇ ਕਿਹਾ ਕਿ ਉਹ ਨਹੀਂ ਆ ਰਹੀ, ਕਿਉਂਕਿ ਆਪਾਂ ਅਸਹਿਮਤ ਹੋਣਾ ਤਾਂ ਕਰਕੇ ਆਪਾਂ ਇੱਥੇ ਕੁਐਸਚਨ ਪੁੱਛਦੇ ਹਾਂ ਅਜੀਬ ਕਿ ਸੂਈ ਆ ਰਹੀ ਹੈ ਬਟ ਉਹ ਤਾਂ ਮੈਨੂੰ ਮਿਲੀ ਸੀ, ਉਸਨੇ ਮੈਨੂੰ ਕਿਹਾ ਸੀ ਸ਼ੀ ਵਾਜ਼ ਨਾਟ ਕਮਿੰਗ। ਥਰਡ ਦੇਖੋ ਇਹ ਕੀ ਕਹਿ ਰਿਹਾ, ਸਾਰਾ ਗੈਟਸ ਔਨ ਫਾਈਨ ਵਿਦ ਪੌਲ, ਜਿਹੜੀ ਸਾਰਾ ਹੈ ਉਹ ਪੌਲ ਦੇ ਨਾਲ ਫਾਈਨ ਮਤਲਬ ਵਧੀਆ, ਉਹਨਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਹੈ ਜਿਹੜੇ ਬਹੁਤ ਵਧੀਆ ਨੇ। ਤਾਂ ਬੀ ਕਹਿ ਰਿਹਾ ਡਜ਼ ਸ਼ੀ, ਕੀ ਸੱਚਮੁੱਚ ਉਹ ਉਸ ਦੇ ਨਾਲ ਰਿਲੇਸ਼ਨ ਉਸ ਦਾ ਵਧੀਆ ਹੈ। ਲਾਸਟ ਵੀਕ ਯੂ ਸੈਡ, ਕਿਉਂਕਿ ਕਹਿੰਦਾ ਲਾਸਟ ਵੀਕ ਤਾਂ ਤੂੰ ਮੈਨੂੰ ਕਿਹਾ ਸੀ, ਮਤਲਬ ਕਿ ਇਸ ਦਾ ਉਲਟਾ ਲਾਸਟ ਵੀਕ ਕੀ ਕਿਹਾ ਹੋਊਗਾ, ਸ਼ੀ ਡਿਡਨਟ ਲਾਈਕ ਪੌਲ, ਕਿ ਉਹ ਪੌਲ ਨੂੰ ਲਾਈਕ ਨਹੀਂ ਕਰਦੇ। ਇਸ ਦੀ ਜਗ੍ਹਾ ਤੇ ਤੁਸੀਂ ਇਹ ਵੀ ਕਹਿ ਸਕਦੇ ਹੋ ਲਾਸਟ ਵੀਕ ਯੂ ਸੈਡ ਦੇ ਡਿਡਨਟ ਲਾਈਕ ਈਚ ਅਦਰ, ਵੀ ਇੱਕ ਦੂਸਰੇ ਨੂੰ ਪਸੰਦ ਨਹੀਂ ਕਰਦੇ। ਇੱਕੋ ਗੱਲ ਬਾਤ ਹੈ, ਜਿਸ ਤਰ੍ਹਾਂ ਵੀ ਕਹਿ ਦਿਓ ਮੀਨਿੰਗ ਇੱਕ ਹੀ ਬਣਦਾ। ਚੌਥਾ, ਜੋ ਨੋਜ਼ ਲੋਟਸ ਆਫ ਪੀਪਲ, ਜਿਹੜਾ ਜੋ ਹੈ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹੈ। ਦੈਟਸ ਨਾਟ ਵਟ ਹੀ, ਤਾਂ ਬੀ ਕਹਿ ਰਿਹਾ ਦੈਟਸ ਨਾਟ ਵਟ ਹੀ ਟੋਲਡ ਮੀ, ਪਰ ਕਹਿੰਦਾ ਜਿਹੜਾ ਉਸਨੇ ਮੈਨੂੰ ਗੱਲ ਕਹੀ ਉਹ ਇਹ ਗੱਲ ਨਹੀਂ ਸੀ। ਤੁਸੀਂ ਤਾਂ ਕਹਿ ਰਹੇ ਹੋ ਜਿਹੜਾ ਜੋ ਹੈ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹੈ, ਪਰ ਜੋ ਨੇ ਜਿਹੜੀ ਗੱਲ ਮੈਨੂੰ ਕਹੀ ਉਹ ਤਾਂ ਇਸ ਦੇ ਨਾਲ ਕਹਿੰਦਾ ਬਿਲਕੁਲ ਮੈਚ ਨਹੀਂ ਕਰਦੀ। ਤਾਂ ਇਹਦਾ ਮਤਲਬ ਉਸਨੇ ਉਲਟ ਕਿਹਾ ਸੀ, ਤਾਂ ਹੀ ਸੈਡ, ਤਾਂ ਉਸਦਾ ਉਲਟ ਬਣਾਓ। ਇਹ ਨੋਜ਼ ਪ੍ਰੈਜੈਂਟ ਇੰਡੈਫੀਨਿਟ ਹੈ ਤਾਂ ਪਾਸਟ ਇੰਡੈਫੀਨਿਟ ਬਣਾਵਾਂਗੇ, ਮਤਲਬ ਤਾਂ ਜਦੋਂ ਨੈਗੇਟਿਵ ਬਣਾਵਾਂਗੇ ਤਾਂ ਡਿਡ ਨਾਟ ਵਰਬ ਦੀ ਫਸਟ ਫਾਰਮ, ਤਾਂ ਹੀ ਸੈਡ ਹੀ ਡਿਡਨਟ ਨੋ ਐਨੀਵਨ, ਕਿਉਂ ਕਿਸੇ ਨੂੰ ਵੀ ਨਹੀਂ ਜਾਣਦਾ। ਪੰਜਵਾਂ, ਜੇਨ ਵਿਲ ਬੀ ਹੇਅਰ ਨੈਕਸਟ ਵੀਕ, ਅਗਲੇ ਹਫਤੇ ਕਹਿੰਦਾ ਜੇਨ ਇੱਥੇ ਆ ਰਹੀ ਹੈ। ਤਾਂ ਬੀ ਕਹਿੰਦਾ ਉਹ ਰੀਅਲੀ, ਸੱਚਮੁੱਚ। ਵੈਨ ਆਈ ਸਪੋਕ ਟੂ ਹਰ, ਕਹਿੰਦਾ ਪਰ ਜਦੋਂ ਮੈਂ ਉਸ ਨਾਲ ਗੱਲ ਕਰੀ ਸੀ ਸ਼ੀ ਸੈਡ ਸ਼ੀ ਵੁੱਡ ਨਾਟ ਕਮ, ਵਿਲ ਦਾ ਬਣ ਗਿਆ ਵੁੱਡ, ਕਿਉਂਕਿ ਨੈਗੇਟਿਵ ਬਣਾਉਣਾ ਹੈ। ਇਸ ਨੇ ਕਹਿਤੀ ਏ ਨੇ ਕਿ ਆ ਰਹੀ ਹੈ, ਆਪਾਂ ਕਹਾਂਗੇ ਪਰ ਜਦੋਂ ਮੈਨੂੰ ਉਹ ਮੇਰੇ ਨਾਲ ਉਸ ਦੀ ਗੱਲ ਹੋਈ ਸੀ ਉਸਨੇ ਮੈਨੂੰ ਕਿਹਾ ਕਿ ਉਹ ਨਹੀਂ ਆਏਗੀ, ਤਾਂ ਆਪਾਂ ਕਹਾਂਗੇ ਸ਼ੀ ਸੈਡ ਸ਼ੀ ਵੁੱਡ ਨਾਟ ਕਮ। ਛੇਵਾਂ, ਆਈ ਐਮ ਗੋਇੰਗ ਆਊਟ ਟੂ ਨਾਈਟ, ਪ੍ਰੈਜੈਂਟ ਕੰਟੀਨਿਊਸ, ਕਹਿੰਦਾ ਮੈਂ ਬਾਹਰ ਜਾ ਰਿਹਾ ਅੱਜ। ਤਾਂ ਬੀ ਕਹਿੰਦਾ ਆਰ ਯੂ, ਕਿ ਸੱਚਮੁੱਚ ਤੁਸੀਂ ਬਾਹਰ ਜਾ ਰਹੇ ਹੋ? ਕਹਿੰਦਾ ਆਈ ਥੋਟ, ਪਰ ਕਹਿੰਦਾ ਮੈਂ ਤਾਂ ਸੋਚਿਆ ਸੀ। ਯੂ ਸ਼ੈਡ ਮਤਲਬ ਕਿ ਉਲਟ, ਵੀ ਤੁਸੀਂ ਬਾਹਰ ਨਹੀਂ ਜਾ ਰਹੇ, ਤੁਸੀਂ ਘਰੇ ਹੀ ਰਹਿ ਰਹੇ ਹੋ। ਯੂ ਸੈਡ ਬਟ ਆਈ ਥੋਟ ਯੂ ਸੈਡ ਕਰ, ਪਰ ਮੈਨੂੰ ਲੱਗਿਆ ਕਿ ਤੁਸੀਂ ਨੇ ਕਿਹਾ ਸੀ ਯੂ ਸੈਡ ਯੂ ਵਰ ਸਟੇਇੰਗ ਐਟ ਹੋਮ, ਪ੍ਰੈਜੈਂਟ ਕੰਟੀਨਿਊਸ ਦਾ ਪਾਸਟ ਕੰਟੀਨਿਊਸ ਬਣਾਵਾਂਗੇ ਤਾਂ ਯੂ ਵਰ ਸਟੇਇੰਗ ਐਟ ਹੋਮ। ਸੱਤਵਾਂ, ਜੌਨ ਸਪੀਕਸ ਫਰੈਂਚ ਕੁਆਇਟ ਵੈਲ, ਜਿਹੜਾ ਜੌਨ ਹੈ ਕਹਿੰਦਾ ਉਹ ਬਹੁਤ ਵਧੀਆ ਫਰੈਂਚ ਬੋਲਦਾ, ਇਹ ਕਹਿ ਰਿਹਾ। ਤਾਂ ਬੀ ਕਹਿੰਦਾ ਡਜ਼ ਹੀ, ਕਿ ਸੱਚਮੁੱਚ ਉਹ ਬਹੁਤ ਵਧੀਆ ਬੋਲਦਾ। ਹੀ ਟੋਲਡ ਮੀ, ਕਹਿੰਦਾ ਪਰ ਉਸਨੇ ਤਾਂ ਮੈਨੂੰ ਕਿਹਾ ਸੀਗਾ। ਹੀ ਹੁਣ ਉਲਟ ਬਣਾ ਦਿਓ ਕਿ ਉਹ ਫਰੈਂਚ ਨਹੀਂ ਬੋਲ ਸਕਦਾ। ਹੀ ਕੁਡ ਨਾਟ ਸਪੀਕ ਫਰੈਂਚ, ਕੁਡ ਨਾਟ ਕਹਾਂਗੇ, ਕਾਂਟ ਨਹੀਂ, ਕੁਡ ਨਾਟ, ਕਿਉਂਕਿ ਪਾਸਟ ਫਾਰਮ ਦਾ ਹੀ ਯੂਜ਼ ਹੁੰਦਾ ਹੈ ਰਿਪੋਰਟਡ ਸਪੀਚ ਦੇ ਵਿੱਚ, ਆਪਾਂ ਪਹਿਲਾਂ ਵੀ ਦੱਸਿਆ। ਅੱਠਵਾਂ, ਆਈ ਹੈਵ ਨਾਟ ਸੀਨ ਬੈਨ ਰੀਸੈਂਟਲੀ, ਕਹਿੰਦਾ ਮੈਂ ਬੈਨ ਨੂੰ ਰੀਸੈਂਟਲੀ ਮੈਂ ਨਹੀਂ ਦੇਖਿਆ, ਮਤਲਬ ਕਾਫੀ ਟਾਈਮ ਹੋ ਗਿਆ। ਤਾਂ ਬੀ ਕਹਿੰਦਾ ਦੈਟਸ ਸਟਰੇਂਜ, ਕਹਿੰਦਾ ਫਿਰ ਤਾਂ ਇਹ ਬਹੁਤ ਅਜੀਬ ਗੱਲ ਹੈ। ਹੀ ਟੋਲਡ ਮੀ, ਕਿਉਂਕਿ ਕਹਿੰਦਾ ਉਸਨੇ ਤਾਂ ਮੈਨੂੰ ਕਿਹਾ ਸੀ, ਮਤਲਬ ਹੁਣ ਉਹ ਇਸ ਦੇ ਉਲਟ ਕਹੂਗਾ ਵੀ ਹਾਂ ਅਸੀਂ ਇੱਕ ਦੂਸਰੇ ਨੂੰ ਮਿਲੇ ਹਾਂ। ਦੇਖੋ ਹੀ ਟੋਲਡ ਮੀ ਹੀ ਹੈਡ ਸੀਨ ਯੂ ਲਾਸਟ ਵੀਕ, ਕਿ ਉਹ ਤੁਹਾਨੂੰ ਲਾਸਟ ਵੀਕ ਮਿਲ ਚੁੱਕਿਆ। ਹੈਡ ਸੀਨ ਯੂ ਕਿਉਂ ਲਾਇਆ? ਕਿਉਂਕਿ ਪ੍ਰੈਜੈਂਟ ਪਰਫੈਕਟ ਸੀ ਤਾਂ ਆਪਾਂ ਪਾਸਟ ਪਰਫੈਕਟ ਦੇ ਵਿੱਚ ਬਣਾਉਣਾ, ਇਸ ਲਈ ਹੀ ਟੋਲਡ ਮੀ ਹੀ ਹੈਡ ਸੀਨ ਯੂ ਲਾਸਟ ਵੀਕ। ਦੇਖੋ ਇਹਦੇ ਵਿੱਚ ਤਾਂ ਕੀ ਹੈ, ਤੁਸੀਂ ਇੱਕ ਤੋਂ ਵੱਧ ਤਰੀਕੇ ਨਾਲ ਵੀ ਬਣਾ ਸਕਦੇ ਹੋ, ਇੱਕ ਤੋਂ ਵੱਧ ਤਰੀਕੇ ਨਾਲ ਬਣਾ ਸਕਦੇ ਹੋ, ਕਿਉਂਕਿ ਇਹਨਾਂ ਨੇ ਖੁਦ ਆਪਾਂ ਨੂੰ ਕਿਹਾ ਕਿ ਯੂਜ਼ ਯੂਅਰ ਔਨ ਆਈਡੀਆਜ਼, ਜਿਸ ਤਰ੍ਹਾਂ ਵੀ ਬਣਾ ਦਿਓ। ਜਿਸ ਤਰ੍ਹਾਂ ਕਿ ਇਹ ਸੈਂਟੈਂਸ ਮੈਂ ਤੁਹਾਨੂੰ ਫਾਰ ਐਗਜ਼ਾਮਪਲ ਦੱਸਿਆ ਸੀਗਾ ਕਿ ਆਪਾਂ ਨੇ ਉਰੇ ਕਿਹਾ ਸੀਗਾ ਯੂ ਸੈਡ ਸ਼ੀ ਡਿਡਨਟ ਲਾਈਕ ਪੌਲ, ਕਿਉਂਕਿ ਇੱਥੇ ਪੌਲ ਤੇ ਜਿਹੜੀ ਸਾਰਾ ਆਪਸ ਦੇ ਵਿੱਚ ਉਹਨਾਂ ਦੀ ਗੱਲਬਾਤ ਹੈ, ਤਾਂ ਤੁਸੀਂ ਇੱਥੇ ਦੇ ਲਾ ਕੇ ਵੀ ਕਹਿ ਸਕਦੇ ਹੋ ਯੂ ਸੈਡ ਦੇ ਡਿਡਨਟ ਲਾਈਕ ਈਚ ਅਦਰ, ਵੀ ਉਹ ਇੱਕ ਦੂਸਰੇ ਨੂੰ ਪਸੰਦ ਨਹੀਂ ਕਰਦੇ। ਇਸੇ ਤਰ੍ਹਾਂ ਸਾਰਿਆਂ ਦੇ ਵਿੱਚ ਅਲੱਗ-ਅਲੱਗ ਆਨਸਰ ਨੇ ਜਿਹੜੇ ਉਹ ਹੋ ਸਕਦੇ ਨੇ, ਪਰ ਸਭ ਤੋਂ ਮੇਨ ਗੱਲ ਤਾਂ ਇਹ ਹੈ ਜੇਕਰ ਤੁਸੀਂ ਇਹਨਾਂ ਨੂੰ ਬਣਾਉਣਾ ਚਾਹੁੰਦੇ ਹੋ ਚੰਗੀ ਤਰ੍ਹਾਂ, ਅਗੇਨ ਆਈ ਰਿਪੀਟਡ, ਕਿ ਤੁਸੀਂ ਨਰੇਸ਼ਨ ਵਾਲੀਆਂ ਜਿਹੜੀਆਂ ਆਪਣੀਆਂ ਵੀਡੀਓਜ਼ ਨੇ 5-6 ਜਿਹੜੇ ਉਸਦੇ ਸਟੈਪ ਨੇ ਪਹਿਲੇ ਉਹ ਜ਼ਰੂਰ ਦੇਖੋ, ਤਾਂ ਤੁਸੀਂ ਜਿਹੜੇ ਇਹ ਆਪਣੇ ਹੈਗੇ ਨੇ ਰਿਪੋਰਟਡ ਸਪੀਚ ਵਾਲੀ ਜਿਹੜੀ ਆਪਣੀ ਹੁਣ ਚੱਲਣਗੇ ਅੱਗੇ 3-4 ਐਕਸਰਸਾਈਜ਼, ਉਹਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਜਿਹੜੀ ਉਹ ਨਹੀਂ ਆਊਗੀ।
ਸੋ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਹੀ। ਜੇਕਰ ਕੁਝ % ਸਮਝ ਲੱਗੀ ਹੈ ਕਿ ਕਿਸ ਤਰ੍ਹਾਂ ਸੈਂਟੈਂਸ ਬਣਨਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ, ਔਰ ਜੇਕਰ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਸੋ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮਚ।